ਫਿਰ ਜਦੋਂ ਉਹ ਮਾਰਕੀਟ ਉਹਨਾਂ ਨੂੰ ਲੱਗਦਾ ਵੀ ਲੋਕ ਹੁਣ ਥੋੜ੍ਹੇ ਜਿਹੇ ਸਿਆਣੇ ਹੋ ਗਏ, ਉਹੋ ਹੀ ਪ੍ਰਾਈਸ ਘੱਟ ਕਰਦੇ ਨੇ। ਫੋਰ ਐਗਜ਼ਾਮਪਲ ਕੋਈ 17-18 ਲੱਖ ਦਾ ਘਰ ਆ ਜਿਹੜਾ, ਜਿਹਦੇ 'ਚ ਬਿਲਡਰ ਦਾ ਪ੍ਰੋਫਿਟ ਵੀ ਆ, ਸਾਰੇ ਖਰਚੇ ਵੀ ਆ, ਜੇ ਉਹ 17-18 ਲੱਖ ਦਾ ਘਰ ਉਹਨਾਂ ਦਾ ਪ੍ਰੋਫਿਟ ਮਾਰਜਨ ਹੈਗਾ, ਜੇ 25 ਲੱਖ 'ਤੇ ਪਹੁੰਚ ਜਾਂਦਾ ਉਹਨਾਂ ਦਾ ਪ੍ਰੋਫਿਟ ਮਾਰਜਨ 7 ਲੱਖ ਐਕਸਟਰਾ ਹੋ ਗਿਆ ਨਾ। ਜੇ ਰੌਲਾ ਰੱਪਾ ਪੈਂਦਾ, ਆਲੇ ਦੁਆਲੇ ਸਾਰਾ ਕੁਛ ਹੁੰਦਾ, ਉਹ 2.5 ਮਿਲੀਅਨ ਨੂੰ ਘਟਾ ਕੇ ਫਿਰ 2 ਮਿਲੀਅਨ 'ਤੇ ਲੈ, ਉਹ ਤਾਂ ਸਟਿਲ ਪ੍ਰੋਫਿਟ ਦੇ ਵਿੱਚ ਨੇ। ਜੇ ਉਹ ਐਕਸਟਰਾਆਰਡੀਨਰੀ ਪ੍ਰੋਫਿਟ ਬਣਾਉਂਦੇ ਨੇ ਲੋਕਾਂ ਦੀ ਇਗਨੋਰੈਂਸ ਦਾ ਫਾਇਦਾ ਉਠਾ ਕੇ, ਤੇ ਲੋਕ ਆਪ ਇਗਨੋਰੈਂਟ ਬਣਦੇ ਨੇ। ਇਗਨੋਰੈਂਟ ਮੀਨਸ ਵੀ ਜਿਹੜੀ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ, ਜਿਹੜੀ ਹੋਣੀ ਚਾਹੀਦੀ ਉਹਨੂੰ ਤੁਸੀਂ ਇਗਨੋਰ ਕਰ ਦਿੰਦੇ ਹੋ, ਅਤੇ ਜਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਗਾ। ਹੁਣ ਲੋਕ ਜਿਹੜੇ ਬੰਦੇ ਨੇ ਘਰ ਲੈਣਾ ਹੁੰਦਾ, ਉਹ ਇਹੀ ਦੇਖੀ ਜਾਂਦਾ ਵੀ 12 ਲੱਖ ਦਾ ਘਰ ਆ, 20% ਇਹਦੀ ਘੱਟ ਜੂਗੀ, 2.5-3 ਲੱਖ ਪ੍ਰਾਈਸ ਘੱਟ, ਜਦੋਂ 9 ਲੱਖ ਦਾ ਹੋਇਆ ਮੈਂ ਉਦੋਂ ਲਊਂਗਾ। ਹੁੰਦਾ ਕੀ ਹੈ, ਉਹ ਕੰਪੈਰੀਜ਼ਨ ਕਰ ਰਿਹਾ ਇਹ ਫਰਵਰੀ ਦਾ ਪਿਛਲੇ ਫਰਵਰੀ ਦੇ ਨਾਲ, ਜਦੋਂ ਬਹੁਤ ਜ਼ਿਆਦਾ ਪ੍ਰਾਈਸ, ਪਰ ਉਹ ਫਰਵਰੀ ਦਾ ਇਸ ਜਨਵਰੀ ਨਾਲ ਕੰਪੈਰੀਜ਼ਨ ਨਹੀਂ ਕਰ ਰਿਹਾ। ਇੱਥੇ ਘਰ ਕਾਫੀ ਸਟਰੋਂਗ ਹੁੰਦੇ ਨੇ ਜੀ। ਮੈਂ 100 150 ਸਾਲ ਪੁਰਾਣੀਆਂ ਪ੍ਰੋਪਰਟੀਜ਼ ਵੀ ਵੇਚੀਆਂ ਹੋਈਆਂ ਨੇ, ਐਕਸਲੈਂਟ ਪਈਆਂ ਨੇ, ਇਨਵੈਸਟਮੈਂਟ ਪ੍ਰੋਪਰਟੀਜ਼ ਨੇ, ਕੁਛ ਨਹੀਂ ਹੁੰਦਾ ਉਹਨਾਂ ਨੂੰ। 20-25 ਹਜ਼ਾਰ ਉਹ ਪੈ ਜਾਂਦੀ ਹੈ, ਰਲਾ ਕੇ ਜੀ 3 ਲੱਖ 'ਤੇ ਪਹੁੰਚ ਗਿਆ। ਓਕੇ, ਚਲੋ ਹੁਣ ਆਪਾਂ ਹਿਸਾਬ ਲਓ, ਜੋੜ ਲਾਓ। ਹਾਂਜੀ, ਜੇ ਹੁਣ ਅੱਛਾ, ਹੁਣ ਜੇ ਬਰੈਂਪਟਨ ਦੇ ਵਿੱਚ ਹੁਣ ਆਪਾਂ ਸੋਚਦੇ ਆ ਵੀ ਡਿਟੈਚਡ ਘਰ ਆ ਜਿਹੜਾ $1 ਮਿਲੀਅਨ ਦਾ ਹੋ ਜੇ, $1 ਮਿਲੀਅਨ ਦੇ ਵਿੱਚ ਤਾਂ 3 ਲੱਖ ਦਾ ਖਰਚਾ ਆਇਆ, 7 ਲੱਖ ਦਾ ਲੋਟ ਹੋਇਆ, ਮਿਲੀਅਨ ਤਾਂ ਇਹੀ ਹੋ ਗਿਆ। ਕੰਸਟਰਕਸ਼ਨ ਕਾਸਟ ਕਿੱਥੇ ਗਈ? ਕਾਫੀ ਬਿਲਡਰਸ ਨਾਲ ਇਹ ਕੰਮ ਕਰਦੇ ਨੇ, ਅਤੇ ਇਹਨਾਂ ਨੂੰ ਇਸ ਪੱਖ ਤੋਂ, ਜਿਹੜੀ ਕਾਸਟਿੰਗ ਵਾਲੇ ਪੱਖ ਨੂੰ ਇਹਨਾਂ ਨੇ ਕਾਫੀ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਪਰ ਇਹਦੇ 'ਚ ਜਿਹੜੇ ਬਾਕੀ ਦੋਸਤ ਨੇ, ਤੁਸੀਂ ਵੀ ਜੇ ਇਸ ਟੌਪਿਕ 'ਚ ਇੰਟਰਸਟ ਰੱਖਦੇ ਹੋ ਅਤੇ ਕੁਛ ਨਾਲ ਇਨਫੋਰਮੇਸ਼ਨ ਐਡ ਕਰ ਸਕਦੇ ਹੋ ਤਾਂ ਜ਼ਰੂਰ ਕਰਦੇ ਰਹਿਣਾ। ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ ਤਾਂ ਕਿ ਅਸੀਂ ਆਪਣੀ ਗੱਲਬਾਤ ਨੂੰ ਹੋਰ ਮੁਕੰਮਲ ਬਣਾ ਸਕੀਏ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਸਾਡੇ ਕੋਲ ਕੰਪਲੀਟ ਇਨਫੋਰਮੇਸ਼ਨ ਹੋਏ। ਤੁਸੀਂ ਵੀ ਇਹਦੇ 'ਚ ਆਪਣੀ ਇਨਫੋਰਮੇਸ਼ਨ ਐਡ ਕਰ ਸਕਦੇ ਹੋ। ਅਤੇ ਬਰਾੜ ਜੀ, ਬਹੁਤ ਚਰਨਜੀਤ ਜੀ, ਸ਼ੁਕਰੀਆ ਤੁਹਾਡਾ, ਤੁਸੀਂ ਆਏ ਹੋ ਸਟੂਡੀਓ 'ਚ। ਧੰਨਵਾਦ ਸ਼ਮੀਲ ਜੀ। ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਅਤੇ ਜਿਹੜੀ ਘਰ ਦੀ ਕੋਸਟ ਹੈ, ਜਿਹੜਾ ਅਸੀਂ ਨਵੇਂ ਘਰਾਂ ਦੀ ਗੱਲ ਕਰਾਂਗੇ, ਕਿਉਂਕਿ ਔਰ ਕੁਦਰਤੀ ਹੈ ਕਿ ਅਸੀਂ ਅੱਜ ਜੋ ਸਿਚੁਏਸ਼ਨ ਹੈ ਉਹਦੇ ਹਵਾਲੇ ਨਾਲ ਹੀ ਗੱਲਬਾਤ ਹੋਏਗੀ, ਫਿਰ ਅਸੀਂ ਥੋੜ੍ਹਾ ਅੱਗੇ ਪਿੱਛੇ ਵੀ ਜਾ ਸਕਦੇ ਹਾਂ। ਅਤੇ ਇੱਕ ਆਮ ਘਰ ਜਿਹੜਾ ਕੋਈ ਵੀ ਅਸੀਂ ਬਿਲਡਰ ਤੋਂ ਖਰੀਦਦੇ ਹਾਂ, ਉਹਦੀ ਕੋਸਟ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ? ਹਾਂਜੀ ਸ਼ਮੀਲ ਜੀ, ਮੇਨ ਇਹਦੇ ਵਿੱਚੋਂ ਤੁਸੀਂ ਲਾ ਲਓ ਜੀ, 3 ਚੀਜ਼ਾਂ ਮੇਨ ਹੁੰਦੀਆਂ ਨੇ ਜੀ ਇਹਦੇ ਵਿੱਚ। ਪਹਿਲਾਂ ਤਾਂ ਜ਼ਮੀਨ ਦੀ ਕੋਸਟ ਆ ਗਈ, ਪਰ ਲੋਟ ਕੋਸਟ ਕਹਿ ਲਓ ਜਾਂ ਜ਼ਮੀਨ ਦੀ ਕੋਸਟ, ਉਹ ਅਲੱਗ-ਅਲੱਗ ਸ਼ਹਿਰਾਂ ਦੇ ਮੁਤਾਬਕ ਉੱਥੇ ਅਵੇਲੇਬਿਲਿਟੀ ਆਫ ਲੈਂਡ, ਕਿੰਨਾ ਕੁ ਉਹ ਡੈਂਸ ਹੈਗਾ, ਕਿੰਨਾ ਕੁ ਫੈਸਿਲਿਟੀਜ਼ ਦੇ ਨੇੜੇ ਹੈ, ਐਮਿਨਿਟੀਜ਼ ਦੇ, ਉਹਦੇ 'ਤੇ ਡਿਪੈਂਡ ਕਰਦੀ ਹੈ। ਫਿਰ ਉਹਦੇ ਵਿੱਚ ਆ ਗਈ ਬਿਲਡਰ ਦੀ ਕੰਸਟਰਕਸ਼ਨ ਕੋਸਟ, ਉਹਦੇ ਵਿੱਚ ਉਹ ਹਾਰਡ ਅਤੇ ਸੋਫਟ ਕੋਸਟ ਕਹਿ ਦਿੰਦੇ ਆ, ਜਿਹੜੀ ਪੱਕੀ ਲੱਗਣੀ ਆ ਕੋਸਟ ਕੰਸਟਰਕਟ ਕਰਨ 'ਤੇ, ਅਤੇ ਨਾਲ ਉਹਦੇ ਆਰਕੀਟੈਕਟ, ਪਲੈਨਰਸ, ਕੋਸਟ ਕੰਸਲਟੈਂਟਸ, ਜਿਹੜਾ ਸਟਾਫ ਇਨਵੋਲਵਡ ਹੁੰਦਾ। ਜੇ ਹੁਣ ਅੱਜ ਤੋਂ 4 ਸਾਲ ਬਾਅਦ ਕੋਈ ਚੀਜ਼ ਬਣਨੀ ਆ, ਉਸ ਵੇਲੇ ਕੋਸਟ ਕਿੰਨੀ, ਉਹ ਕੋਸਟ ਕੰਸਲਟੈਂਟ ਹੋ ਗਏ, ਸਿਟੀ ਨਾਲ ਡੀਲ ਕਰਦੇ ਆ, ਡਰਾਇੰਗਸ ਬਣਾਉਂਦੇ ਆ, ਆਰਕੀਟੈਕਟ, ਪਲੈਨਰ, ਕੋਸਟ, ਸਾਰੀ ਟੀਮ ਹੁੰਦੀ ਆ, ਉਹਦਾ ਖਰਚਾ ਆ ਗਿਆ। ਅਤੇ ਇਸ ਤੋਂ ਬਿਨਾਂ ਗਵਰਨਮੈਂਟ ਦੇ ਪੱਕੇ ਖਰਚੇ ਹੁੰਦੇ ਨੇ ਜੀ। ਪੱਕੇ ਖਰਚਿਆਂ ਦੇ ਵਿੱਚ ਕੀ ਆ ਗਿਆ ਜੀ? ਸਿਟੀ ਦੀ ਆਪਣੀ ਫੀਸ ਹੁੰਦੀ ਹੈ, ਡਿਵੈਲਪਮੈਂਟ ਚਾਰਜਸ ਕਹਿ ਦਿੰਦੇ ਨੇ ਉਹਨੂੰ, ਅਤੇ ਰੀਜਨ ਦੀ ਆਪਣੀ ਹੁੰਦੀ ਹੈ, ਜਿਹਦੇ ਵਿੱਚ ਫੈਸਿਲਿਟੀਜ਼ ਆਪਾਂ ਲੈਂਦੇ ਹਾਂ ਰੀਜਨ ਦੇ ਉੱਤੋਂ। ਫਿਰ ਸਕੂਲ ਬੋਰਡ ਦੀ ਫੀਸ ਹੁੰਦੀ ਆ, ਗੋ ਟਰਾਂਜ਼ਿਟ ਦੀ ਫੀਸ ਹੁੰਦੀ ਹੈ, ਇਹ ਸਿਟੀ ਦੇ ਖਰਚੇ ਆ ਗਏ। ਇਹ 3 ਲੈਵਲ ਦਾ ਗਵਰਨਮੈਂਟ ਆ ਜਿਹੜੀ ਉਹਦੇ 'ਚ ਹੁੰਦੇ ਆ, ਮਤਲਬ ਮਿਊਨਿਸਪੈਲਿਟੀ ਦੇ ਆ ਗਏ, ਰੀਜਨ ਦੇ ਆ ਗਏ, ਪਲੱਸ ਬਹੁਤ ਸਾਰਾ ਖਰਚਾ ਇਹੋ ਜਿਹਾ ਹੁੰਦਾ ਜਿਹੜਾ ਟੈਕਸਿਸ ਦੇ ਵਿੱਚ ਚਲਿਆ ਜਾਂਦਾ। ਉਹਦੇ 'ਚ ਜੇ ਤੁਸੀਂ ਥੋੜ੍ਹਾ ਜਿਹਾ ਕੰਪੈਰੀਜ਼ਨ ਕਰਨਾ ਵੀ ਕਿੰਨਾ ਕੁ ਹੁੰਦਾ, ਬਈ ਸਪੋਜ਼ ਆਪਾਂ ਬਰੈਂਪਟਨ ਮਿਸੀਸਾਗਾ ਦੀ ਗੱਲ ਕਰਦੇ ਹਾਂ, ਇਹਦੇ 'ਚ ਮਿਊਨਿਸਪੈਲਿਟੀ ਅਤੇ ਰੀਜਨ ਅਤੇ ਆਪਣੇ ਪ੍ਰੋਵਿੰਸ਼ੀਅਲ ਗਵਰਨਮੈਂਟ ਅਤੇ ਜਿਹੜੇ ਫੈਡਰਲ ਗਵਰਨਮੈਂਟ ਆ, ਕਿੰਨਾ ਕੁ ਖਰਚਾ ਮਿਲਾ ਕੇ ਹੋ ਜਾਂਦਾ। ਸਾਡੇ ਬਰੈਂਪਟਨ ਦੇ ਵਿੱਚ 1,30,000 ਦੇ ਡਿਵੈਲਪਮੈਂਟ ਚਾਰਜਿਸ ਨੇ ਜੀ, 1,30,000। ਇਹਦੇ ਵਿੱਚ ਆਪਾਂ ਦੂਜੇ ਪਾਸੇ ਸ਼ੁਰੂ ਕਰਦੇ ਹਾਂ। ਹਾਂਜੀ, ਜਿਹੜੀ ਲੈਂਡ ਹੈ, ਲੈਂਡ ਕਿਉਂਕਿ ਲੈਂਡ ਦਾ ਫਰਕ ਹੋ ਸਕਦਾ ਬਹੁਤ। ਹਾਂਜੀ, ਇਹ ਵੀ ਹੋ ਸਕਦਾ ਲੈਂਡ 20 ਸਾਲ ਪਹਿਲਾਂ ਲਈ ਹੋਵੇ, ਬਹੁਤ ਸਸਤੀ ਹੋਵੇ, ਅਤੇ ਅੱਜ ਉਹ ਬਹੁਤ ਮਹਿੰਗੀ ਹੋਵੇ। ਇਹ ਵੀ ਹੋ ਸਕਦਾ ਲੈਂਡ 5 ਸਾਲ ਪਹਿਲਾਂ ਲਈ ਗਈ ਹੋਵੇ। ਹਾਂਜੀ, ਹੈ ਨਾ? ਹਾਂਜੀ। ਅਤੇ ਉਹਦਾ ਵੈਸੇ ਉਹਦਾ ਕੀ ਕੁਛ ਅੰਦਾਜ਼ਾ ਹੈ? ਥੋੜ੍ਹਾ ਬਹੁਤ ਆਈਡੀਆ ਦੇ ਸਕਦੇ ਹੋ? ਦੇਖੋ, ਜੇ ਭਾਵੇਂ 20 ਸਾਲ ਪਹਿਲਾਂ ਵੀ ਲਈ ਹੈ ਕਿਸੇ ਨੇ ਲੈਂਡ, ਉਹਦੀ ਕੈਰਿੰਗ ਓਵਰ ਕਾਸਟ ਹੋ ਜਾਂਦੀ ਹੈ। ਫਿਰ ਇਹਦਾ ਮਤਲਬ ਐਂ ਨਹੀਂ ਵੀ ਕੋਈ ਚੀਜ਼ ਆਪਾਂ ਲੈਂਡ ਸਪੋਜ਼ ਆਪਾਂ 1 ਲੱਖ ਨੂੰ ਏਕੜ 20 ਸਾਲ ਪਹਿਲਾਂ ਮੈਥੋਂ ਪਹਿਲੀ ਜਨਰੇਸ਼ਨ ਲਈ ਸੀ 50 ਸਾਲ ਪਹਿਲਾਂ, ਵੀ ਉਹ ਉਸੇ ਪ੍ਰਾਈਸ 'ਤੇ ਸਾਨੂੰ ਦੇਊਗਾ, ਹੈ ਨਾ? ਇਹ ਪ੍ਰੈਜ਼ੈਂਟ ਪ੍ਰਾਈਸ ਦੇ ਹਿਸਾਬ ਨਾਲ ਕੰਸੀਡਰ ਕੀਤਾ ਜਾਂਦਾ ਹੁੰਦਾ। ਲੈਂਡ ਆ ਜਿਹੜੀ ਅੱਜ ਉਹਦਾ ਅਵੇਲੇਬਲ, ਅੱਜ ਉਹਦੀ ਅਪਰੇਜ਼ਲ ਕਿੰਨੀ ਆ, ਅੱਜ ਉਹ ਕਿੰਨੇ 'ਚ ਅਵੇਲੇਬਲ ਆ,
ਭਾਵੇਂ ਕਿਸੇ ਨੇ ਪੁਰਾਣੀ ਜਿੰਨੀ ਮਰਜ਼ੀ ਲਈ ਆ, ਉਹ ਅੱਜ ਦੇ ਹਿਸਾਬ ਨਾਲ ਲੈਂਡ ਆ ਜਿਹੜੀ ਉਹ ਪ੍ਰਾਈਸ ਆ ਜਿਹੜੀ ਕੰਸੀਡਰ ਕਰਕੇ ਚੱਲਦੇ ਨੇ। ਪਰ ਅਗਲੇ ਦੇ ਤਾਂ ਪੈਸੇ ਵਧ ਹੀ ਗਏ ਨਾ। ਹਾਂ, ਅਗਲੇ ਦੇ ਪੈਸੇ ਵੱਧ ਗਏ ਜ਼ਰੂਰ, ਪਰ ਉਹ ਵਧੇ ਹੋਏ ਪੈਸੇ ਕਈ ਵਾਰੀ ਇਸ ਤਰ੍ਹਾਂ ਹੁੰਦਾ। ਦੇਖੋ, ਮੈਂ ਇੱਕ ਤਾਂ ਗੱਲ ਮੈਂ ਸਾਫ਼ ਕਰਨੀ ਚਾਹੁੰਦਾ, ਮੈਂ ਬਿਲਡਰਸ ਦਾ ਨੁਮਾਇੰਦਾ ਨਹੀਂ ਹੈਗਾ ਕੋਈ, ਮੈਂ ਤਾਂ ਆਪਦੀ ਆਬਜ਼ਰਵੇਸ਼ਨ ਤੋਂ ਇਹ ਗੱਲ ਨੋਟ ਕਰ ਰਿਹਾ। ਮੈਂ ਸਿਟੀਜ਼ ਦੇ ਵਿੱਚ ਜਿੱਥੇ ਜਿੱਥੇ ਲੋਟਸ ਬਣੇ ਨੇ ਨਾ, ਲੈਂਡ ਕਿੰਨੇ ਦੀ ਲਈ ਆ ਬਿਲਡਰ ਨੇ ਕਿੰਨੇ ਸਾਲ ਪਹਿਲਾਂ, ਤੇ ਉਹ ਜਦੋਂ ਉਹਨੂੰ ਲੋਟ ਬਣਾ ਕੇ ਉਹਦੀ ਰਜਿਸਟਰੀ ਕਰਾਈ, ਮੈਂ ਉਹ ਚੈੱਕ ਕੀਤੇ ਨੇ ਬਕਾਇਦਾ ਤੌਰ ਤੇ। ਮਤਲਬ ਫੋਰ ਐਗਜ਼ਾਮਪਲ, ਬਈ ਲੈਂਡ ਕਿਸੇ ਨੇ 5-7 ਸਾਲ ਪਹਿਲਾਂ ਦੀ ਵੀ ਲਈ ਹੋਈ ਆ, ਉਹਨੇ ਜਦੋਂ ਡਿਵੈਲਪ ਕਰਨ ਦਾ ਸਾਰਾ ਪ੍ਰੋਸੈਸ 5-4 ਸਾਲ 'ਚ ਅਡੋਪਟ ਕਰਕੇ ਜਦੋਂ ਪਰ ਲੋਟ ਉਹਦੀ ਪ੍ਰਾਈਸ ਆ ਜਿਹੜੀ ਦੇਖੀ, ਜਾਣੀ ਅੱਜ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਜਿਹੜੇ ਘਰਾਂ ਦੇ ਲੋਟ ਆ ਜਿਹੜੇ ਅਪਰੂਵ ਹੋਏ ਤੇ ਅੱਜ ਉਹ ਵਿਕ ਰਹੇ ਨੇ ਡਿਟੈਚ ਲੋਟ, ਉਸ ਵੇਲੇ 19-20 ਦੇ ਵਿੱਚ ਉਹ ਡਿਟੈਚ ਲੋਟ ਬਰੈਂਪਟਨ ਦੇ ਵਿੱਚ 5,60,000 ਉਹ ਅਵੇਲੇਬਲ ਆ। ਸਾਡੇ ਇੱਕ ਜੀਓ ਵੇਅਰ ਹਾਊਸ ਸਿਸਟਮ ਹੁੰਦਾ, ਤੁਸੀਂ ਵੀ ਚੈੱਕ ਕਰ ਸਕਦੇ ਵੀ ਲੋਟ ਆ ਉਹ 5,60,000 5,70,000 ਦਾ ਸੀਗਾ, 38 ਫੁੱਟ ਬਾਈ 90 ਫੁੱਟ ਦਾ ਲੋਟ। ਮਤਲਬ ਇਸ ਤਰ੍ਹਾਂ ਹੁੰਦਾ। ਮੈਂ ਡਿਟੈਚ ਦੀ ਮੇਨਲੀ ਗੱਲ ਕਰਦਾ ਬਈ ਜਿਹੜੀ ਲੈਂਡ ਦੀ ਕੋਸਟ ਆ, ਆਹ ਸ਼ਹਿਰ ਨੇ ਆਪਣੇ ਬਰੈਂਪਟਨ, ਮਿਸੀਸਾਗਾ, ਇਹਨਾਂ ਕੋਲ ਲੈਂਡ ਹੈ ਨਹੀਂ, ਤੇ ਇਹ ਲੈਂਡ ਆ ਜਿਹੜੀ ਮੇਰੇ ਹਿਸਾਬ ਨਾਲ ਅੱਜ ਜੇ ਕੋਈ ਖਾਲੀ ਲੋਟ ਆ ਬਰੈਂਪਟਨ ਦੇ ਵਿੱਚ ਕਿਸੇ ਨੂੰ 7 ਲੱਖ ਦਾ, ਮੈਨੂੰ ਨਹੀਂ ਲੱਗਦਾ 7 ਲੱਖ ਤੋਂ ਥੱਲੇ ਮਿਲਦਾ। ਤੇ ਜੇ ਕਿਸੇ ਨੇ 100 ਸਾਲ ਪਹਿਲਾਂ, ਹੁਣ ਸਪੋਜ਼ ਦਾਦੇ ਪੜਦਾਦੇ ਨੇ ਲੈਂਡ ਲਈ ਹੋਈ ਆ, ਵੀ ਉਹ ਜੇ ਕੋਈ ਕਹੂ 1 ਲੱਖ ਦਾ ਮਿਲ ਜੂ, 1 ਲੱਖ ਦਾ ਨਹੀਂ ਮਿਲਣਾ, ਉਹ 7 ਲੱਖ ਦਾ ਹੀ ਮਿਲਣਾ। ਅੱਛਾ, ਫਿਰ ਉਹ ਲੈਂਡ ਨੂੰ ਪ੍ਰੀਪੇਅਰ ਕਰਨ ਦੇ ਬੜੇ ਖਰਚੇ ਹੁੰਦੇ ਨੇ ਜੀ, ਉਹਦੇ 'ਚ ਨਾ ਬਹੁਤ ਭੁਲੇਖਾ ਵੀ ਪੈ ਜਾਂਦਾ। ਬਈ ਸਪੋਜ਼ 1 ਏਕੜ ਲੈਂਡ ਆ, 1 ਏਕੜ ਲੈਂਡ ਆਪਾਂ ਮੰਨ ਲਓ ਵੀ 1 ਏਕੜ ਲੈਂਡ ਆਲੇ ਦੁਆਲੇ ਬਰੈਂਪਟਨ ਦੇ ਵਿੱਚ ਤੁਸੀਂ 3 ਮਿਲੀਅਨ 3.5 ਆਪਣੇ ਸਰੋਤਿਆਂ ਨੂੰ ਪਤਾ ਹੈ ਜੀ, ਹੈ ਨਾ, ਜਿਹੜੀ ਅਰਬਨ ਰਿਜ਼ਰਵ ਜਿਹੜੀ ਡਿਵੈਲਪਮੈਂਟ ਦੇ ਵਿੱਚ ਆ ਗਈ। ਹੁਣ ਉਹ ਸਾਰੀ ਦੀ ਸਾਰੀ ਲੈਂਡ ਦੇ ਵਿੱਚ ਲੋਟ ਨਹੀਂ ਬਣਨੇ, ਉਹਦੇ 'ਚ 1 ਏਕੜ ਦੇ ਵਿੱਚ ਲੋਟ ਤਾਂ ਬਣਨੇ ਆ 6 ਤੋਂ 8। ਇੱਕ ਲੋਟ, ਇੱਕ ਜਿਹੜਾ ਏਕੜ ਆ ਨਾ, ਉਹਦੇ 'ਚ 43,000 ਸਕੁਅਰ ਫੁੱਟ ਹੁੰਦਾ ਏਰੀਆ, ਉਹਦੇ 'ਚੋਂ 1/4 ਤਾਂ ਵੈਸੇ ਹੀ ਨਿਕਲ ਜਾਂਦਾ। ਸੜਕਾਂ ਦੇ ਵਿੱਚ ਸੈਟਬੈਕਸ ਹੁੰਦੀਆਂ, ਇੱਧਰੋਂ ਇੰਨੀ ਜਗ੍ਹਾ ਛੱਡਣੀ, ਇੱਧਰੋਂ ਇੰਨੀ ਜਗ੍ਹਾ ਛੱਡਣੀ ਆ, ਕਈ ਥਾਈਂ ਕਿਤੇ ਕ੍ਰੀਕ ਵਗੈਰਾ ਲੰਘਦੀ ਹੁੰਦੀ, ਉਹ ਜ਼ਿਆਦਾ ਜਗ੍ਹਾ ਛੱਡਣੀ ਪੈ ਜਾਂਦੀ ਹੈ। ਜਿਹੜੀ 43,000 ਸਕੁਅਰ ਫੁੱਟ ਜਿਹੜਾ ਹੁੰਦਾ ਨਾ 1 ਏਕੜ, ਉਹਦੇ ਵਿੱਚੋਂ ਵੱਧ ਤੋਂ ਵੱਧ 35,000 ਸਕੁਅਰ ਫੁੱਟ ਤੇ ਲੋਟ ਬਣਨੇ ਨੇ। ਹੁਣ ਇੱਕ ਲੋਟ ਆ ਜਿਹੜਾ 50 ਬਾਈ 100 ਫੁੱਟ ਦਾ 5,000 ਸਕੁਅਰ ਫੁੱਟ ਹੋ ਗਿਆ, ਤਾਂ ਮਤਲਬ 6 ਤੋਂ ਲੈ ਕੇ 7 ਲੋਟ ਹੀ ਬਣਨੇ ਨੇ। ਉਹ ਏਕੜ ਆ ਜਿਹੜਾ ਜਿੰਨੇ ਦਾ ਮਰਜ਼ੀ ਹੋਵੇ, ਉਹ ਲੋਟ ਦੀ ਪ੍ਰਾਈਸ ਜਦੋਂ ਉਹ 'ਚੋਂ ਵੇਸਟੇਜ ਹੋ ਗਈ, ਸਾਰਾ ਕੁਛ ਹੋ ਗਿਆ, ਇੱਕ ਤਾਂ ਉਹ ਨਿਕਲ ਗਈ, ਫਿਰ ਉਹਦੀ 4-5 ਸਾਲ ਦੀ ਮੌਰਗੇਜ ਲੋਨ ਚੱਕਿਆ ਹੋਇਆ, ਉਹਦੀ ਕੈਰਿੰਗ ਓਵਰ ਕਾਸਟ, ਫਿਰ ਸਿਟੀ ਨਾਲ ਡੀਲ ਕਰਨ ਦੇ ਖਰਚੇ, ਫਿਰ ਉਹਦੇ 'ਚ ਉਹ ਲੈਂਡ ਪੱਧਰੀ ਨਹੀਂ, ਉਹਨੂੰ ਪੱਧਰੀ ਕਰਨਾ, ਪ੍ਰੀਪੇਅਰ ਕਰਨਾ, ਇਹ ਸਾਰਾ। ਫਿਰ ਉਹਦੇ ਵਿੱਚ ਜਿਹੜੀਆਂ ਸਰਵਿਸਿਜ਼ ਆ ਉਹ ਪਾਉਣੀਆਂ, ਹਰ ਇੱਕ ਚੀਜ਼ ਦਾ ਅਲੱਗ-ਅਲੱਗ ਖਰਚਾ। ਸਰਵਿਸਿਜ਼ ਪਾਉਣੀਆਂ, ਲੋਟ ਲਾਈਨ 'ਤੇ ਲੈ ਕੇ ਆਉਣੀਆਂ, ਅੱਗੇ ਲੋਟ ਲਾਈਨ ਤੋਂ ਅੱਗੇ ਅੰਦਰ ਲੈ ਕੇ ਜਾਣੀਆਂ, ਸੜਕਾਂ ਡਿਵੈਲਪ ਕਰਨੀਆਂ, ਸੀਵਰੇਜ ਪਾਉਣਾ, ਸੈਨੇਟਰੀ, ਸਟੋਰਮ, A to Z, ਇਹ ਸਾਰੇ ਖਰਚੇ ਐਡ ਕਰਕੇ ਲੈਂਡ ਕਾਸਟ ਦੇ ਵਿੱਚ ਫਿਰ ਉਹ ਲੋਟ ਦੀ ਪ੍ਰਾਈਸ ਆ ਜਿਹੜੀ ਉਹ ਮਿੱਥੀ ਜਾਂਦੀ ਹੈ। ਇਸ ਕਰਕੇ ਬਈ ਜਿੰਨੇ ਦੀ ਜ਼ਮੀਨ ਲਈ ਆ ਉਹ ਇਮਟੀਰੀਅਲ ਹੋ ਜਾਂਦਾ। ਮਤਲਬ ਤੁਸੀਂ ਪ੍ਰੀਪੇਅਰ ਕਰਕੇ ਉਹ ਲੈਂਡ ਆ ਜਿਹੜੀ ਤਿਆਰ ਕਰਕੇ ਉਹਦੇ ਲੋਟ ਕੱਟ ਕੇ ਬਣਾਉਣ ਜੋਗੀ ਹੋਣੀ ਆ, ਉਸ ਸਟੇਜ ਤੱਕ ਪਹੁੰਚਦੇ ਉਹਦੇ 'ਚ ਹੋਰ ਬਹੁਤ ਖਰਚੇ। ਹਾਂਜੀ। ਅੱਛਾ, ਫਿਰ ਉਹਦੇ 'ਚ ਨਾ ਜਿਹੜੇ ਗਵਰਨਮੈਂਟ ਦੇ ਖਰਚੇ ਆ, ਜਿਹੜੇ ਅਸੀਂ ਉਹਨੂੰ ਕਈ ਵਾਰੀ ਨੈਗਲੈਕਟ ਕਰਦੇ ਨੇ, ਉਹ ਕਿਵੇਂ ਇੰਪੈਕਟ ਕਰਦੇ ਆ। ਵੀ ਜਦੋਂ ਜ਼ਮੀਨ ਲਈ ਆ, ਉਹਦੇ 'ਤੇ ਲੈਂਡ ਟਰਾਂਸਫਰ ਟੈਕਸ ਦਿੱਤਾ ਨਾ। ਅੱਛਾ, ਫਿਰ ਦੂਜੀ ਵਾਰੀ ਜਦੋਂ ਉਹ ਲੋਟ ਬਣਾ ਕੇ ਵੇਚੇ, ਫਿਰ ਲੈਂਡ ਟਰਾਂਸਫਰ ਟੈਕਸ ਦੇਤਾ। ਇਹ ਆਪਣੇ ਅੱਖੋਂ ਓਹਲੇ ਹੋ ਗਿਆ, ਪਾਸੇ ਚਲਾ ਗਿਆ। ਫਿਰ ਉਹਦੇ 'ਚ ਅਗੇਨ ਮੈਂ ਉੱਥੇ ਹੀ ਆਉਣਾ ਵੀ ਡਿਵੈਲਪਮੈਂਟ ਚਾਰਜਸ ਇੰਨੇ ਜ਼ਿਆਦਾ ਨੇ ਸਾਡੇ ਸਿਟੀਜ਼ ਦੇ ਵਿੱਚ, ਉਹ ਚੀਜ਼ ਅੱਖੋਂ। ਹੁਣ 1,30,000 ਮੈਂ ਨਾ ਰੱਖਦਾ ਜੀ, ਮੰਨ ਲਿਆ ਆਪਾਂ ਇੱਕ ਡਿਟੈਚਡ ਲੋਟ ਨੂੰ ਲੈ ਕੇ ਚੱਲ ਰਹੇ। ਹਾਂਜੀ। ਉਹ ਜਿਹੜਾ ਲਿਆ ਅੱਜ, ਉਹਦੀ ਕਿੰਨੀ ਪ੍ਰਾਈਸ ਹੋਗੀ? ਮੰਨ ਲਓ ਆਪਾਂ ਪੀਲ ਦੀ ਗੱਲ ਕਰ ਲਈਏ। ਹਾਂਜੀ, ਪੀਲ ਦੇ ਵਿੱਚ ਤੁਸੀਂ ਮਿਸੀਸਾਗਾ 'ਚ ਤਾਂ ਜ਼ਿਆਦਾ, ਮਿਸੀਸਾਗਾ ਜਾਂ ਅਲੱਗ-ਅਲੱਗ ਏਰੀਆ ਹੈਗਾ, ਜੇ ਲੇਕ ਦੇ ਨੇੜੇ ਜਾਓ ਤਾਂ ਤੁਹਾਨੂੰ 1.5 ਮਿਲੀਅਨ ਤੱਕ ਲੋਟ ਚਲੇ ਜਾਂਦੇ ਨੇ। ਪਰ ਇੱਕ ਨਾਰਮਲ ਲੋਟ ਆ ਜਿਹੜਾ ਬਰੈਂਪਟਨ ਦੇ ਵਿੱਚ, ਜੇ ਤੁਸੀਂ ਦੇਖੋ ਮਿਸੀਸਾਗਾ ਥੋੜ੍ਹਾ ਜਿਹਾ ਜ਼ਿਆਦਾ, ਉਹ 38 ਬਾਈ 90 ਫੁੱਟ ਦਾ, 45 ਬਾਈ 100 ਫੁੱਟ ਦਾ, 45 ਬਾਈ 115 ਫੁੱਟ ਦਾ, ਜਾਂ ਅੱਜ ਕੱਲ੍ਹ ਤਾਂ ਛੋਟੇ ਲੋਟ ਬਣਨ ਲੱਗੇ 30 ਬਾਈ 80 ਫੁੱਟ ਦਾ ਵੀ ਹੈਗਾ। ਇਹ ਲੋਟ ਆ ਜਿਹੜਾ ਅੱਜ ਕੱਲ੍ਹ ਇਸ ਵੇਲੇ ਕੋਈ 6.5-7 ਲੱਖ, ਮੈਂ 6.25 ਤੋਂ ਲੈ ਕੇ 7 ਲੱਖ, ਹਾਲਾਂਕਿ ਅਵੇਲੇਬਲ ਨਹੀਂ ਕੋਈ, ਇੰਨੇ ਕੁ ਦਾ ਲਾਉਣਾ ਇਹ ਲੋਟ ਆ ਜਿਹੜਾ। ਚਰਨਜੀਤ ਜੀ, ਜਿਹੜੇ 3 ਮੇਜਰ ਖਰਚੇ ਨੇ, ਉਹਨਾਂ 'ਚੋਂ ਆਪਾਂ ਲੈਂਡ ਦੀ ਕਾਸਟ ਦੀ ਗੱਲ ਕੀਤੀ। ਹੁਣ ਇਹਦੇ 'ਚ ਵੀ ਤੁਸੀਂ ਦੱਸ ਰਹੇ ਹੋ ਪੀਲ 'ਚ 7 ਲੱਖ ਐਵਰੇਜ ਖਰਚਾ ਹੈ, ਪਰ ਇਹ ਮੈਂ ਮੰਨ ਲੈਂਦਾ ਜਿਹੜੇ ਛੋਟੇ ਸ਼ਹਿਰ ਨੇ ਉਹਨਾਂ 'ਚ ਘੱਟ ਹੋ ਸਕਦਾ। ਸੋ ਆਪਾਂ ਇਹਨੂੰ ਮੰਨ ਕੇ ਚੱਲੀਏ ਕਿ ਇਹ ਜਿਹੜਾ ਹੈ ਕੋਈ ਫਿਕਸਡ ਕਾਸਟ, ਮਤਲਬ ਇੱਕ ਰੇਟ ਨਹੀਂ ਹੈ, ਇਹ ਫਰਕ ਪੈ ਸਕਦਾ। ਦੂਸਰੀ ਫਿਰ ਹੈਗੀ ਕੰਸਟਰਕਸ਼ਨ ਕਾਸਟ। ਕੰਸਟਰਕਸ਼ਨ ਕਾਸਟ ਕਿੰਨੀ ਕੁ ਬਣਦੀ ਹੈ, ਅਤੇ ਇਹਦੇ 'ਚ ਕੀ ਫਰਕ ਹੁੰਦੇ ਨੇ?
ਦੇਖੋ ਕੰਸਟਰਕਸ਼ਨ ਕਾਸਟ ਆ ਜਿਹੜੀ ਇਹਦੇ ਵਿੱਚ ਉਹ ਮੇਨਲੀ ਹਾਰਡ ਤੇ ਸੌਫਟ ਕਾਸਟ ਦੇਖਦੇ ਨੇ ਮਤਲਬ ਬਿਲਡਰ ਦੀ ਜਿਹੜੀ ਕਾਸਟ ਆ ਇਹ ਹਾਰਡ ਕਾਸਟ 'ਚ ਆ ਜਾਂਦੀ ਕੰਸਟਰਕਸ਼ਨ ਕਾਸਟ। ਇਹਦੇ ਵਿੱਚ ਹੁਣ ਇਸ ਵੇਲੇ ਜਿਹੜਾ ਬਿਲਡਰ ਆ ਉਹਦੀ ਕੋਈ $300 ਪਰ ਸਕੁਅਰ ਫੁੱਟ ਇਸ ਤੋਂ ਉੱਤੇ ਜਾਂਦੀ ਹੈ। ਇਸ ਜੇ ਤੁਸੀਂ ਆਪਦਾ ਘਰ ਆਪ ਬਣਾ ਲੈਂਦੇ ਹੋ ਇਹ 250 ਤੇ ਵੀ ਆ ਜਾਂਦੀ। ਬਹੁਤ ਲੋਕ ਆਪਣਾ ਘਰ ਆਪ ਬਣਾ ਲੈਂਦੇ ਨੇ, ਪਰ ਜਿਹੜੇ ਲੋਕ ਕਸਟਮ ਬਿਲਟ ਬਣਾਉਂਦੇ ਨੇ, ਪਿੱਛੇ ਜੇ ਆਪਣੇ ਦੋਸਤ ਨੇ ਉਹਨਾਂ ਨੇ ਕਸਟਮ ਬਿਲਟ ਘਰ ਬਣਾਇਆ, ਉਹਨਾਂ ਨੂੰ $400 ਪਰ ਸਕੁਅਰ ਫੁੱਟ ਪਈ ਹੈ। ਹੁਣ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਮਾਰਕੀਟ 'ਤੇ ਨਿਰਭਰ ਕਰਦੀਆਂ ਨੇ। ਹੁਣ ਲੱਕੜ ਦੀ ਕਾਸਟ ਵੱਧ ਗਈ ਸੀ, ਕੋਵਿਡ ਦੇ ਵੀ ਸਾਰਾ ਕੁਝ ਵੱਧ ਗਿਆ, ਹੁਣ ਥੋੜ੍ਹੀ ਬਹੁਤ ਘੱਟ ਰਹੀ ਹੈ, ਥੋੜ੍ਹਾ ਬਹੁਤ ਫਰਕ ਪੈ ਜਾਂਦਾ, ਪਰ ਐਵਰੇਜ ਇਹ ਆ ਅੱਜ ਤੋਂ 2 ਸਾਲ ਪਹਿਲਾਂ ਅਸੀਂ ਕੋਟੇਸ਼ਨਸ ਜਿਹੜੀਆਂ ਲਈਆਂ ਸੀ ਕਿਤੇ ਸਾਡੇ ਦੋਸਤਾਂ ਮਿੱਤਰਾਂ ਨੇ ਕਸਟਮ ਬਿਲਟ ਘਰ ਬਣਾਉਣੇ ਸੀ ਜਾਂ ਲੋਕ ਆਪ ਬਣਾਉਂਦੇ ਆ, ਉਦੋਂ $250 ਚੱਲਦੀ ਸੀ। ਉਸ ਤੋਂ ਪਹਿਲਾਂ ਦੋਸਤਾਂ ਨੇ ਕੋਈ 3 ਸਾਲ ਪਹਿਲਾਂ $200 'ਚ ਆਪ ਘਰ ਪਰ ਸਕੁਅਰ ਫੁੱਟ ਆਪ ਘਰ ਬਣਾਏ ਨੇ। ਜਾਣੀ ਪ੍ਰੀਪੇਅਰਡ ਲੋਟ ਆ ਜਿਹੜਾ ਤਿਆਰ ਹੋਇਆ ਜਿੱਥੇ ਸਰਵਿਸਿਜ਼ ਉੱਤੇ ਨੇ ਲਾਈਨ ਦੇ ਉੱਤੇ, ਤੁਸੀਂ ਬਸ ਕੰਸਟਰਕਸ਼ਨ ਕਰਨੀ ਹੈ। ਇਹ ਚੀਜ਼ਾਂ ਇਨਵੋਲਵਡ ਨੇ ਜਿਹਦੇ ਵਿੱਚ ਤੁਸੀਂ ਲੈ ਲਓ ਜੀ ਅੱਜ 300, ਇਹ ਥੋੜ੍ਹਾ ਬਹੁਤ ਫਰਕ ਪੈ ਗਿਆ ਤਾਂ 290 ਰਹਿ ਸਕਦੀ ਹੈ, ਵੱਧ ਗਿਆ 325। ਜੇ ਬਹੁਤ ਸੋਹਣਾ ਘਰ ਬਣਾਉਣਾ ਤੇ ਉਹ ਫਿਰ ਤੁਸੀਂ $400 ਦੋ, ਬਹੁਤ ਸੋਹਣਾ ਕਸਟਮ ਬਿਲਟ ਪਰ ਸਕੁਅਰ ਫੁੱਟ। ਹਾਂਜੀ, ਇਹ ਆਪਾਂ ਡਿਟੈਚ ਦੀ ਗੱਲ ਹੀ ਕਰ ਰਹੇ ਹਾਂ ਜੀ। ਓਕੇ, ਤੇ ਫਿਰ ਇਸ ਤੋਂ ਇਹ ਹੋ ਗਏ ਕੰਸਟਰਕਸ਼ਨ ਖਰਚੇ ਜਿਹੜੇ ਇਸ ਤਰ੍ਹਾਂ ਬਦਲ ਸਕਦੇ ਨੇ। ਹਾਂਜੀ, ਪਰ ਮੋਟਾ ਜਿਹਾ ਇੱਕ ਫਰੇਮਵਰਕ ਤੁਸੀਂ ਦੱਸਿਆ, ਤੇ ਇਸ ਹਿਸਾਬ ਨਾਲ ਫਿਰ ਜਿਹੜਾ ਇੱਕ ਤੀਸਰੀ ਕਾਸਟ ਹੈਗੀ ਜਿਹੜੀ ਆਲ ਲੈਵਲਸ ਆਫ ਗਵਰਨਮੈਂਟ ਜਿਹੜੇ ਹੈਗੇ ਨੇ ਫੀਸ ਜਿਹੜੀਆਂ। ਹਾਂਜੀ, ਉਹ ਜਿਵੇਂ ਆਪਾਂ ਹੁਣ ਬਰੈਂਪਟਨ ਦੀ ਗੱਲ ਕੀਤੀ, ਉਹ ਹਿਡਨ ਚਾਰਜਸ ਨੇ ਜੀ, ਆਪਾਂ ਕਦੇ ਕਾਊਂਟ ਕਰਨ ਲੱਗਿਆ ਨਾ ਆਪਾਂ ਆਪਣੇ ਧਿਆਨ 'ਚ ਨਹੀਂ ਆਉਂਦੇਗੇ। ਉਹ ਹੈਗੇ ਵੀ ਜਿਵੇਂ 1,30,000 ਖਰਚਾ ਡਿਵੈਲਪਮੈਂਟ ਚਾਰਜਸ ਆ, ਜਿਹਦੇ ਵਿੱਚ ਉਹ ਸਿਟੀ ਦਾ 50,000 ਹੋ ਗਿਆ, ਰੀਜਨ ਦੇ ਖਰਚੇ ਆ ਗਏ, ਕਾਫੀ ਹੋ ਜਾਂਦੇ ਨੇ। ਇਹ 1 ਫਰਵਰੀ ਨੂੰ ਇਹ ਰਿਵਾਈਜ਼ ਹੋਏ ਨੇ। ਜੇ ਆਪਾਂ ਪੁਰਾਣੀ ਗੱਲ ਕਰੀਏ 14-15 ਦੇ ਵਿੱਚ 35,000 ਹੁੰਦੇ ਸੀ ਜੀ, ਫਿਰ ਵੱਧ ਕੇ 65,000 ਹੋ ਗਏ, ਫਿਰ 90-92,000 ਹੋ ਗਏ, ਹੁਣ ਇਹ 1,30,000 1,30,000 ਮਤਲਬ ਇਹ ਡਿਟੈਚਡ ਦੇ ਨੇ। ਇੱਕ ਡਿਟੈਚਡ ਕਰਦੇ, ਅਪਾਰਟਮੈਂਟਸ ਦੇ ਹੋਰ ਨੇ ਡਿਟੈਚਡ ਐਂਡ ਸੈਮੀ ਡਿਟੈਚਡ, ਟਾਊਨ ਹਾਊਸਿਸ ਦੇ ਥੋੜ੍ਹੇ ਜਿਹੇ ਘੱਟ ਨੇ, ਫਿਰ ਅਪਾਰਟਮੈਂਟ ਦੇ ਵਿੱਚ ਆ ਜਾਂਦੀ ਹੈ ਵੀ 700 ਸਕੁਅਰ ਫੁੱਟ ਤੋਂ ਥੱਲੇ ਆ ਉਹਦੇ ਥੋੜ੍ਹੇ ਜਿਹੇ ਘੱਟ ਨੇ, 700 ਸਕੁਅਰ ਫੁੱਟ ਤੋਂ ਉੱਤੇ ਨੇ ਉਹਦੇ ਘੱਟ ਨੇ। ਇਹ ਪੱਕਾ ਖਰਚਾ ਹੋਗਾ 1,30,000। ਸੋ 1,30,000 ਤੇ ਸਿਰਫ ਗਵਰਨਮੈਂਟਸ ਨੂੰ ਚਲੇਗਾ, ਕੱਲਾ ਸਿਟੀ ਤੇ ਰੀਜਨ ਨੂੰ ਗਿਆ। ਸਿਟੀ ਤੇ ਰੀਜਨ, ਹਾਂਜੀ। ਅੱਛਾ, ਫਿਰ ਜਦੋਂ ਉਹ ਜ਼ਮੀਨ ਲਈ ਸੀ ਉਦੋਂ ਟਰਾਂਸਫਰ ਟੈਕਸ ਆ, ਜਦੋਂ ਉਹ ਘਰ ਵੇਚਿਆ ਉਹਦੇ ਵਿੱਚ ਟਰਾਂਸਫਰ ਟੈਕਸ, ਉਹ ਆ ਜਿਹੜਾ ਦੋਨੇ ਹੈਗੇ ਆ ਜਿਹੜੇ ਉਹ ਐਡ ਹੋ ਕੇ ਉਹ ਚਲੇ ਗਏ। ਅੱਛਾ, ਫਿਰ ਜਦੋਂ ਇਹ ਘਰ ਬਣ ਕੇ ਤਿਆਰ ਹੁੰਦਾ ਨਾ ਉਹਦੇ ਵਿੱਚ ਇਨਕਲੂਡ ਕਰ ਦਿੱਤੀ ਜਾਂਦੀ ਹੈ HST। ਮਤਲਬ ਜੇ ਹੁਣ ਬਣ ਕੇ ਤਿਆਰ ਹੋਏ ਦੀ ਘਰ ਦੀ ਪ੍ਰਾਈਸ $1 ਮਿਲੀਅਨ ਆ ਤੇ ਉਹਦੇ ਵਿੱਚ ਆਲਰੇਡੀ ਜਿਹੜੀ ਇਨਕਲੂਡਡ HST ਆ ਕੋਈ 1 ਲੱਖ, ਵੈਸੇ ਆਪਾਂ 13% ਕਹਿ ਦਿੰਦੇ ਹਾਂ, ਉਹ ਜੇ $1 ਮਿਲੀਅਨ ਦਾ ਹੋਵੇ ਤਾਂ 13 ਨੂੰ ਮਿਲੀਅਨ ਵਿੱਚ ਇਨਕਲੂਡ ਕਰਤੀ, ਉਹ ਜਾਣੀ 1,12,13,000 ਲਾ ਲਓ ਜਾਂ 1,05,7,000 ਲਾ ਲਓ, ਫਿਰ ਉਹਦੇ ਵਿੱਚੋਂ 24,000 ਰਿਬੇਟ ਮਿਲ ਜਾਂਦੀ ਹੈ। ਜਾਣੀ ਘਟਾ ਵਧਾ ਕੇ ਇਹ 90-92,000 ਆ ਜਿਹੜਾ HST ਦਾ ਐਡ ਹੋ ਗਿਆ। ਹੁਣ 1,30 ਦੇ ਵਿੱਚ ਤੁਸੀਂ 90-92 ਐਡ ਕਰੋ ਤੇ ਪਲੱਸ ਉਹ ਟਰਾਂਸਫਰ ਟੈਕਸ ਐਡ ਕਰੋ। ਅੱਛਾ, ਫਿਰ ਜਦੋਂ ਇਹ ਜਿਹੜੀ ਲੈਂਡ ਆ ਇਹ ਮਤਲਬ ਡਿਵੈਲਪਮੈਂਟ 'ਚ ਆਉਂਦੀ ਆ, ਇਹਦੇ ਕਈ ਹੋਰ ਖਰਚੇ ਹੁੰਦੇ ਨੇ। ਇਹਦੇ ਵਿੱਚ ਆ ਜਾਂਦੀ ਆ ਵੀ ਆਫੀਸ਼ੀਅਲ ਪਲਾਨ ਹੁੰਦਾ, ਸਿਟੀ ਦੇ ਅੱਗੇ ਪਲੈਨਿੰਗ ਹੁੰਦੀ ਆ ਵੀ 20-25 ਸਾਲਾਂ 'ਚ 40 ਸਾਲਾਂ 'ਚ ਜਾਂ ਕੀ ਕੁਛ ਬਣੂਗਾ, ਪਲੈਨਿੰਗ ਹੋਊ। ਉਹ ਆਫੀਸ਼ੀਅਲ ਪਲਾਨ ਆ ਜਿਹੜਾ ਉਹਦੇ 'ਚ ਅਮੈਂਡਮੈਂਟ ਕਰਦੇ ਨੇ, ਉਹਦੀ ਅੱਡ ਫੀਸ ਹੁੰਦੀ ਹੈ। ਜ਼ੋਨਿੰਗ ਅਮੈਂਡਮੈਂਟ ਵੀ ਇਹਦੀ ਜ਼ੋਨਿੰਗ ਕੀਤੀ ਲੈਂਡ ਦੀ, ਉਹਦੀ ਅੱਡ ਫੀਸ ਹੁੰਦੀ ਹੈ। ਪਲਾਨ ਆਫ ਸਬ ਡਿਵੀਜ਼ਨ ਬਣਦਾ, ਉਹਦੀ ਅੱਡ ਫੀਸ ਹੁੰਦੀ ਆ। ਪਰਮਿਟ ਦੀ ਅੱਡ ਫੀਸ ਹੁੰਦੀ ਹੈ ਤੇ ਛੋਟੇ ਖਰਚੇ ਹੁੰਦੇ ਨੇ, ਇੰਸਪੈਕਸ਼ਨ ਦੀ ਅੱਡ ਫੀਸ ਹੁੰਦੀ ਹੈ। ਇਹ ਰਲਾ ਮਿਲਾ ਕੇ ਜਦੋਂ ਤੁਸੀਂ ਕਰੋਗੇ ਤੇ ਡਿਟੈਚਡ ਘਰ ਦਾ ਖਰਚਾ ਤੁਹਾਡਾ $2.25 ਲੱਖ ਤੇ 3 ਲੱਖ ਤੇ ਪਹੁੰਚ ਗਿਆ, ਜਿਹੜਾ ਆਲ ਲੈਵਲ ਆਫ ਗਵਰਨਮੈਂਟ ਨੂੰ ਜਾਂਦਾ। ਇਹਦੇ ਵਿੱਚ ਹਾਂਜੀ, ਇਹਦੇ ਵਿੱਚੋਂ ਇੱਕ ਚੀਜ਼ ਆ ਜੇ ਆਪਾਂ ਮਿਸ ਕਰ ਗਏ, ਉਹ ਹੈਗੀ ਆ ਵੀ ਜਿਹੜਾ ਬੰਦਾ 20% ਤੋਂ ਘੱਟ ਡਾਊਨ ਪੇਮੈਂਟ ਕਰਦਾ ਉਹਨੂੰ CMHC ਫੀਸ ਪੈਂਦੀ ਹੈ। ਉਹ ਵੀ ਗਵਰਨਮੈਂਟ ਦੇ ਕਿਸੇ ਖਰਚੇ 'ਚ ਜਾਂਦੀ ਹੈ ਨਾ, 20-25,000 ਉਹ ਪੈ ਜਾਂਦੀ ਹੈ, ਰਲਾ ਕੇ ਜੀ 3 ਲੱਖ ਤੇ ਪਹੁੰਚ ਗਿਆ। ਓਕੇ, ਚਲੋ ਹੁਣ ਆਪਾਂ ਹਿਸਾਬ ਲਓ, ਜੋੜ ਲਾਓ। ਹਾਂਜੀ, ਜੇ ਹੁਣ ਅੱਛਾ, ਹੁਣ ਜੇ ਬਰੈਂਪਟਨ ਦੇ ਵਿੱਚ ਹੁਣ ਆਪਾਂ ਸੋਚਦੇ ਆ ਵੀ ਡਿਟੈਚਡ ਘਰ ਆ ਜਿਹੜਾ $1 ਮਿਲੀਅਨ ਦਾ ਹੋ ਜੇ, $1 ਮਿਲੀਅਨ ਦੇ ਵਿੱਚ ਤਾਂ 3 ਲੱਖ ਦਾ ਖਰਚਾ ਆ, 7 ਲੱਖ ਦਾ ਲੋਟ ਹੋਇਆ, ਮਿਲੀਅਨ ਤਾਂ ਇਹੀ ਹੋ ਗਿਆ। ਕੰਸਟਰਕਸ਼ਨ ਕਾਸਟ ਕਿੱਥੇ ਗਈ? ਚਲੋ ਉਹ ਵੀ ਜੋੜ ਲਓ। ਹਾਂ, ਉਹ ਜੇ ਜੋੜ ਲਈ ਤਾਂ ਆਪਾਂ 2200-2300-2500 ਸਕੁਅਰ ਫੁੱਟ ਦੀ ਜਿਹੜੀ ਉਹ ਕਾਸਟ ਆ ਉਹ 7.5 ਲੱਖ ਉਹ ਬਣ ਗਈ, 17 ਲੱਖ ਦਾ ਬਣ ਗਿਆ ਨਾ। ਇਹ ਕੰਸਟਰਕਸ਼ਨ ਕਾਸਟ ਤਾਂ ਘੱਟ ਵੱਧ ਹੋ ਜੂਗੀ ਵੀ ਥੋੜ੍ਹੀ ਬਹੁਤ ਘੱਟ ਗਈ ਆ, ਚੀਜ਼ਾਂ ਸਸਤੀਆਂ ਹੋ ਗਈਆਂ। ਜਿਹੜੇ ਗਵਰਨਮੈਂਟ ਦੇ ਖਰਚੇ ਆ ਤੇ ਲੈਂਡ ਹੁਣ ਹੈ ਨਹੀਂ, ਮੈਂ ਲੈਂਡ ਤਾਂ ਕਹਿੰਦਾ ਵੀ ਜਦੋਂ ਤੁਸੀਂ ਇੱਥੋਂ ਵਿੰਡਜ਼ਰ ਜਾਣਾ, ਲੰਡਨ ਜਾਣਾ, ਉੱਥੇ ਲੈਂਡ ਹੈਗੀ ਸਸਤੀ ਨਹੀਂ, ਤੁਸੀਂ ਇਹ ਬਣਾਤਾ 17 ਲੱਖ। ਹਾਂਜੀ, ਜੇ ਕੰਸਟਰਕਸ਼ਨ ਕਾਸਟ ਘਟੀ ਆ ਤਾਂ 16 ਤੇ ਰਹਿ ਜੂ। ਮਤਲਬ ਬਿਲਡਰ ਦਾ ਨਹੀਂ ਕਰ ਰਹੇ ਲੋਕਾਂ ਨੂੰ, ਫਿਰ ਬਚਿਆ ਕਿਉਂ? ਨਹੀਂ, ਬਿਲਡਰ ਨੇ ਕਦੇ ਨਹੀਂ ਘਰ ਸਸਤਾ ਵੇਚਿਆ ਜੀ। ਹਾਂਜੀ,
ਮੈਂ ਅਗੇਨ ਮੈਂ ਕਹਿ ਦੇਣਾ, ਮੈਂ ਬਿਲਡਰ ਦਾ ਨੁਮਾਇੰਦਾ ਨਹੀਂ ਹਾਂ। ਬਿਲਡਰ ਦਾ ਜਿਹੜਾ ਅੱਜ ਤੋਂ ਪਹਿਲਾਂ ਜਿਹੜੇ 2-2.5 ਸਾਲ ਪਹਿਲਾਂ ਘਰ ਸੀ, ਸਪੋਜ਼ ਉਹ ਬਣ ਕੇ 16 ਲੱਖ 'ਚ ਤਿਆਰ ਹੋਏ ਸੀ, ਉਹਦੇ ਵਿੱਚ ਬਿਲਡਰ ਦਾ ਜਿਹੜਾ ਮੈਂ $300 ਜਾਂ 250 ਪੌਣੇ $300 ਦੇ, ਇਹਦੇ 'ਚ ਬਿਲਡਰ ਦਾ ਪ੍ਰੋਫਿਟ ਵੀ ਹੁੰਦਾ ਨਾ, ਉਹਦੇ 'ਚ ਆਪਦਾ ਪ੍ਰੋਫਿਟ ਹੈਗਾ ਉਹਨਾਂ ਦਾ 15-17-20% ਪ੍ਰੋਫਿਟ ਹੈਗਾ, ਇੰਨਾ ਉਹ ਲੈਂਦੇ ਹੀ ਲੈਂਦੇ ਨੇ। ਇਸ ਤੋਂ ਥੱਲੇ ਜੇ ਉਹ ਜਾਣ, ਕਿਉਂਕਿ 3-4 ਸਾਲ ਬਾਅਦ ਬਣਨੀ ਆ, ਜੇ ਉਹ ਬੈਂਕਰਪਟ ਵੀ ਹੋ ਜਾਣ, ਕਿਸੇ ਨੇ ਕਿਹੜਾ ਪੁੱਛਣਾ। 15-20% ਮਾਰਜਨ ਉਹਨਾਂ ਦਾ ਹੁੰਦਾ, 18% 20% ਇੰਨਾ ਹੁੰਦਾ। ਪਰ ਇਗਨੋਰੈਂਸ ਕਰਕੇ ਕੀ ਹੁੰਦਾ, ਜੇ ਹੁਣ 40-50 ਘਰ ਬਣੇ ਆ, ਜੇ 400 ਬੰਦਿਆਂ ਨੇ ਲਾਈਨ ਲਾ ਲਈ, ਇਹ 15-16 ਲੱਖ ਦਾ ਘਰ ਉਹ 2 ਮਿਲੀਅਨ ਦਾ ਵੇਚ ਜਾਂਦੇ, ਫਿਰ 5 ਲੱਖ ਪ੍ਰੋਫਿਟ ਹੋ ਗਿਆ। ਇਹ ਗੱਲ ਸਮਝਣ ਵਾਲੀ ਆ। ਇਹ ਗੱਲ ਬਹੁਤ ਇੰਪੋਰਟੈਂਟ ਹੈਗੀ ਆ ਵੀ ਜੇ ਉਹ ਐਕਸਟਰਾਆਰਡੀਨਰੀ ਪ੍ਰੋਫਿਟ ਬਣਾਉਂਦੇ ਨੇ, ਲੋਕਾਂ ਦੀ ਇਗਨੋਰੈਂਸ ਦਾ ਫਾਇਦਾ ਉਠਾ ਕੇ, ਤੇ ਲੋਕ ਆਪ ਇਗਨੋਰੈਂਟ ਬਣਦੇ ਨੇ। ਇਗਨੋਰੈਂਟ ਮੀਨਸ ਵੀ ਜਿਹੜੀ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ, ਜਿਹੜੀ ਹੋਣੀ ਚਾਹੀਦੀ, ਉਹਨੂੰ ਤੁਸੀਂ ਇਗਨੋਰ ਕਰ ਦਿੰਦੇ ਹੋ, ਤੇ ਜਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਗਾ, ਉਦੋਂ ਫਿਰ ਉਹ ਐਕਸਟਰਾਆਰਡੀਨਰੀ ਪ੍ਰੋਫਿਟ ਆ ਜਿਹੜਾ ਕਮਾ ਕੇ ਪਾਸੇ ਹੋ ਜਾਂਦੇ ਨੇ। ਅੱਛਾ, ਫਿਰ ਕੀ ਹੁੰਦਾ, ਫਿਰ ਜਦੋਂ ਉਹ ਮਾਰਕੀਟ, ਉਹਨਾਂ ਨੂੰ ਲੱਗਦਾ ਵੀ ਲੋਕ ਹੁਣ ਥੋੜ੍ਹੇ ਜਿਹੇ ਸਿਆਣੇ ਹੋ ਗਏ, ਉਹ ਉਹੋ ਹੀ ਪ੍ਰਾਈਸ ਘੱਟ ਕਰਦੇ ਨੇ। ਫੋਰ ਐਗਜ਼ਾਮਪਲ, ਕੋਈ 17-18 ਲੱਖ ਦਾ ਘਰ ਆ ਜਿਹੜਾ, ਜਿਹਦੇ 'ਚ ਬਿਲਡਰ ਦਾ ਪ੍ਰੋਫਿਟ ਵੀ ਆ, ਸਾਰੇ ਖਰਚੇ ਵੀ ਆ, ਜੇ ਉਹ 17-18 ਲੱਖ ਦਾ ਘਰ, ਉਹਨਾਂ ਦਾ ਪ੍ਰੋਫਿਟ ਮਾਰਜਨ ਹੈਗਾ, ਜੇ 25 ਲੱਖ 'ਤੇ ਪਹੁੰਚ ਜਾਂਦਾ, ਉਹਨਾਂ ਦਾ ਪ੍ਰੋਫਿਟ ਮਾਰਜਨ 7 ਲੱਖ ਐਕਸਟਰਾ ਹੋ ਗਿਆ ਨਾ। ਜੇ ਰੌਲਾ ਰੱਪਾ ਪੈਂਦਾ, ਆਲੇ ਦੁਆਲੇ ਸਾਰਾ ਕੁਝ ਹੁੰਦਾ, ਉਹ 2.5 ਮਿਲੀਅਨ ਨੂੰ ਘਟਾ ਕੇ ਫਿਰ 2 ਮਿਲੀਅਨ 'ਤੇ ਲੈ, ਉਹ ਤਾਂ ਸਟਿਲ ਪ੍ਰੋਫਿਟ ਦੇ ਵਿੱਚ ਨੇ। ਲੋਕਾਂ ਦੀ ਜਿਹੜੀ ਇਗਨੋਰੈਂਸ ਆ, ਇਹ ਨੋਟ ਕਰਨ ਵਾਲੀ ਆ। ਅੱਛਾ, ਹੁਣ ਅੱਗੇ ਇਗਨੋਰੈਂਸ ਕਿਵੇਂ ਕੰਮ ਕਰਦੀ ਆ? ਜਿਵੇਂ ਆਪਾਂ ਇਹ ਗੱਲ ਕੀਤੀ ਆ ਬਈ ਘਰਾਂ ਦੀ ਪ੍ਰਾਈਸ ਇੰਨੀ ਹੋਣੀ, ਉਵੇਂ ਇੱਕ ਮਿਨੀਮਮ ਲੈਵਲ ਆ ਵੀ ਇਸ ਤੋਂ ਥੱਲੇ ਨਹੀਂ ਜਾ ਸਕਦੀ। ਜਦੋਂ ਲੋਕ ਫਿਰ ਇਹ ਸੋਚਦੇ ਨੇ ਵੀ ਘਰਾਂ ਦੀ ਪ੍ਰਾਈਸ ਤਾਂ ਹੁਣ 30% 25% ਡਿੱਗ ਪਈ, ਉਦੋਂ ਵੀ ਲੋਕ ਨੁਕਸਾਨ ਉਠਾਉਂਦੇ ਨੇ। ਕਿਵੇਂ? ਉਹ ਅਖਬਾਰਾਂ 'ਚ ਬੈਂਕਸ ਜਿਹੜੀਆਂ ਆਪਣਾ ਸਰਵੇ ਕਰਦੀਆਂ ਨੇ, ਸਟੱਡੀਜ਼, ਉਹ ਕਹਿੰਦੀਆਂ ਜੀ 20-30% 25% ਪ੍ਰਾਈਸ ਜਿਹੜੀ ਘਟ ਗਈ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਕੰਪੈਰੀਜ਼ਨ ਨਾਲ। ਹੁਣ ਲੋਕ ਜਿਹੜੇ ਬੰਦੇ ਨੇ ਘਰ ਲੈਣਾ ਹੁੰਦਾ, ਉਹ ਇਹੀ ਦੇਖੀ ਜਾਂਦਾ ਵੀ 12 ਲੱਖ ਦਾ ਘਰ ਆ, 20% ਇਹਦੀ ਘਟ ਜੂਗੀ, 2.5-3 ਲੱਖ ਪ੍ਰਾਈਸ ਘਟ, ਜਦੋਂ 9 ਲੱਖ ਦਾ ਹੋਇਆ ਮੈਂ ਉਦੋਂ ਲਊਂਗਾ। ਹੁੰਦਾ ਕੀ ਹੈ, ਉਹ ਕੰਪੈਰੀਜ਼ਨ ਕਰ ਰਿਹਾ ਇਹ ਫਰਵਰੀ ਦਾ ਪਿਛਲੇ ਫਰਵਰੀ ਦੇ ਨਾਲ, ਜਦੋਂ ਬਹੁਤ ਜ਼ਿਆਦਾ ਪ੍ਰਾਈਸ, ਪਰ ਉਹ ਫਰਵਰੀ ਦਾ ਇਸ ਜਨਵਰੀ ਨਾਲ ਕੰਪੈਰੀਜ਼ਨ ਨਹੀਂ ਕਰ ਰਿਹਾ। ਦਸੰਬਰ ਤੇ ਜਨਵਰੀ ਤੋਂ ਪ੍ਰਾਈਸ ਵੱਧਦੀ ਕਿੱਥੇ ਚਲੀ ਗਈ? ਜਿਹੜੇ ਬੰਦੇ ਨੂੰ 9 ਲੱਖ ਦਾ ਘਰ ਮਿਲ ਜਾਣਾ ਸੀਗਾ, ਉਹਨੂੰ ਹੁਣ $1 ਮਿਲੀਅਨ ਦਾ ਮਿਲ ਰਿਹਾ, ਸਾਰੇ ਮਲਟੀਪਲ ਆਫਰ। ਇਸ ਕਰਕੇ ਲੋਕ ਆ ਜਿਹੜੇ ਉਹ ਨੁਕਸਾਨ ਆ ਜਿਹੜਾ ਚੱਲਦੇ ਨੇ। ਤਾਂ ਆਪਾਂ ਗੱਲ ਕਰ ਰਹੇ ਨਵੇਂ ਘਰਾਂ ਦੀ। ਹਾਂਜੀ। ਸੋ ਹੁਣ ਆਪਾਂ ਇਹਦੇ ਹੁਣ ਹੋਰ ਬਹੁਤ ਸਾਰੇ ਫੈਕਟਰ ਨੇ, ਜਿਵੇਂ ਘਰ ਹੁਣ ਬਹੁਤ ਪੁਰਾਣੇ ਬਣੇ ਹੋਏ ਨੇ ਜਿਹੜੇ, ਹਾਂਜੀ, ਹੈ ਨਾ, ਉਹਨਾਂ ਦੀ ਕਾਸਟ ਉਸ ਹਿਸਾਬ ਨਾਲ ਸੀ। ਅਸਲੀ ਗੇਨ ਤਾਂ ਅਸਲ 'ਚ ਉੱਥੇ ਹੋਇਆ। ਹਾਂਜੀ, ਉਹ ਫਿਰ ਜਿਹੜੇ ਲੋਕ ਦੇਖੋ, ਆਪਣੇ ਕਾਫੀ ਸਾਰੇ ਲੋਕ ਨੇ, ਉਹ ਪੁਰਾਣੇ ਲੋਟ ਲੈ ਕੇ ਘਰ ਬਣਾਉਂਦੇ ਨੇ। ਜੇ ਪੁਰਾਣਾ ਘਰ ਤੁਹਾਨੂੰ ਮਿਲ ਰਿਹਾ ਡਿਟੈਚ ਲੋਟ 50 ਬਾਈ 100 ਫੁੱਟ ਦਾ, ਅੱਜ ਤੁਹਾਨੂੰ ਬਰੈਂਪਟਨ ਦੇ ਵਿੱਚ ਇਹ ਤੁਹਾਨੂੰ 11 ਲੱਖ ਦਾ ਮਿਲ ਰਿਹਾ, ਤੇ 11 ਲੱਖ ਨਾ ਤੁਸੀਂ ਇਹ ਕੰਸੀਡਰ ਕਰਕੇ ਚੱਲੋ, ਇਹ ਲੋਟ ਤੇ ਗਵਰਨਮੈਂਟ ਦੇ ਖਰਚਿਆਂ ਦਾ ਮਤਲਬ, ਵੈਸੇ ਤਾਂ ਜੇ ਤੁਸੀਂ ਬਣਾਓਗੇ 6-7 ਲੱਖ ਤੁਹਾਡਾ ਹੋਰ ਲੱਗੂ, 5 ਲੱਖ ਲਾ ਲਓ ਜਿੰਨਾ ਵੀ, ਇਹਦਾ ਮਤਲਬ ਤੁਹਾਨੂੰ ਲੋਟ ਦੇ ਮੁੱਲ 'ਚ ਮਿਲ ਰਿਹਾ। ਤੇ ਜਿੰਨੀ ਦੇਰ ਇਹ ਘਰ ਦਾ ਸਟਰਕਚਰ ਖੜਾ ਰਹਿਣਾ, ਉਨੀ ਦੇਰ ਉਹਦਾ ਫਾਇਦਾ ਉਠਾ ਸਕਦੇ ਹੋ ਤੁਸੀਂ। ਇੱਥੇ ਘਰ ਕਾਫੀ ਸਟਰੋਂਗ ਹੁੰਦੇ ਨੇ ਜੀ। ਮੈਂ 100-100 150 ਸਾਲ ਪੁਰਾਣੀਆਂ ਪ੍ਰੋਪਰਟੀਜ਼ ਵੀ ਵੇਚੀਆਂ ਹੋਈਆਂ ਨੇ, ਐਕਸਲੈਂਟ ਪਈਆਂ ਨੇ, ਇਨਵੈਸਟਮੈਂਟ ਪ੍ਰੋਪਰਟੀਜ਼ ਨੇ, ਕੁਛ ਨਹੀਂ ਹੁੰਦਾ ਉਹਨਾਂ ਨੂੰ। ਘਰਾਂ ਦੀ ਛੱਤ ਬਦਲੀ ਜਾਓ, ਫਲੋਰ ਬਦਲੀ ਜਾਵੇ, ਫਲੋਰ ਵੀ ਨਹੀਂ, ਵਿੰਡੋਜ਼ ਬਦਲੀਆਂ ਜਾਣ, ਘਰਾਂ ਨੂੰ ਕੁਛ ਨਹੀਂ ਹੁੰਦਾ। ਉਹਨਾਂ ਦਾ ਹੀਟ ਸਿਸਟਮ ਆ ਜਿਹੜਾ, ਉਹ ਅਪਗ੍ਰੇਡ ਕਰ ਦਿੱਤਾ ਜਾਵੇ, ਘਰਾਂ ਨੂੰ ਕੁਛ ਨਹੀਂ ਹੁੰਦਾ ਜੀ। ਇਸ ਕਰਕੇ ਉਹ ਫਾਇਦੇ 'ਚ ਰਹਿੰਦੇ ਨੇ ਲੋਕ। ਚਰਨਜੀਤ ਜੀ, ਸਤਵਿੰਦਰ ਹੋਰਾਂ ਤੇ ਵੈਸੇ ਸਵਾਲ ਪੁੱਛਿਆ ਸੀ, ਉਹਦਾ ਜਵਾਬ ਮਿਲ ਗਿਆ ਕਿ ਉਹਨਾਂ ਨੂੰ ਬਚਦਾ ਵੀ ਆ ਕੁਛ ਕਿ ਨਹੀਂ? ਤੁਸੀਂ ਬਿਲਕੁਲ ਬਚਦਾ ਜੀ। ਦੇਖੋ, ਜੇ ਨਾ ਬਚੇ ਉਹ ਕੰਮ ਕਿਉਂ? ਉਹਨਾਂ ਨੂੰ ਤਾਂ ਬਹੁਤ ਬਚਦਾ ਜੀ, ਮੈਂ ਕਹੂੰਗਾ। ਦੇਖੋ, ਉਹਦੇ ਵਿੱਚ ਨਾ ਜਿਹੜੀ ਕਾਸਟ ਆ, ਜਿਹੜੀ ਇਹ $300, $350, $250 ਪਰ ਸਕੁਅਰ ਫੁੱਟ ਕਾਸਟ ਆ, ਸਾਰੇ ਪ੍ਰੋਸੈਸ ਦੇ ਵਿੱਚੋਂ ਬਿਲਡਰਸ ਦਾ ਜਿਹੜਾ ਮਾਰਜਨ ਆ 18-20% ਹੁੰਦਾ ਹੀ ਹੁੰਦਾ। ਅੱਛਾ, ਜੇ ਬਿਲਡਰਸ ਨੂੰ ਕੁਛ ਨਾ ਬਚੇ ਸ਼ਮੀਲ ਜੀ, ਅੱਛਾ, ਉਹ ਘਰ ਨਹੀਂ ਬਣਾਉਂਦੇ, ਉਹ ਡਿਲੇ ਕਰਦੇ ਰਹਿੰਦੇ ਨੇ। ਘਰ ਨਵੇਂ ਮਾਰਕੀਟ ਦੇ ਵਿੱਚ ਆਉਂਦੇ ਨਹੀਂ। ਮਾਰਕੀਟ ਆ ਜਿਹੜੀ, ਫਿਰ ਉਹ ਸਕੇਰਸਿਟੀ ਪੈਦਾ ਹੋ ਜਾਂਦੀ ਆ, ਘਰਾਂ ਦੀ ਘਾਟ ਹੋ ਜਾਂਦੀ ਆ, ਪ੍ਰਾਈਸ ਵੱਧਦੀ ਆ, ਉਹ ਫੇਰ ਬਣਾਉਂਦੇ ਨੇ। ਉਹਨਾਂ ਨੇ ਬਣਾਉਣਾ ਨਹੀਂ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਹਨਾਂ ਦਾ ਹਰੇਕ ਕੰਮ ਆਈ ਚੱਲਦਾ ਜੀ, ਹੈ ਨਾ। ਆਪਾਂ ਜਸਟੀਫਾਈ ਨਹੀਂ ਕਰਦੇ, ਪਰ ਅਗੇਨ ਕੋਈ ਸਮਾਂ ਆਉਂਦਾ ਜਦੋਂ ਬਿਲਡਰ ਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੁੰਦਾ, ਜਿਵੇਂ ਆ ਪਿਛਲੇ 2-2.5 ਸਾਲਾਂ ਲਾ ਕੇ ਬੁੱਕ ਕਰਦੇ ਆ ਉਦੋਂ। ਹਾਂਜੀ, ਉਦੋਂ ਬਿਲਡਰਸ ਨੂੰ ਬਹੁਤ ਜ਼ਿਆਦਾ। ਇਸ ਕਰਕੇ ਮਾਰਕੀਟ ਚੱਲਦੀ ਰਹੇ, ਮਾਰਕੀਟ ਬੈਲੈਂਸ ਕਰਦੀ ਹੈ ਜੀ ਆਪਣੇ ਆਪ ਨੂੰ। ਇਹ ਲੋਕ ਵੀ ਇਹ ਗੱਲ ਸਮਝਦੇ ਨੇ। ਫੋਰ ਐਗਜ਼ਾਮਪਲ, ਮੈਂ ਉਦਾਹਰਨ ਦੇ ਕੇ ਇਹ ਕਰੂੰਗਾ ਬਈ, ਜਿਵੇਂ ਹੁਣ ਮੌਰਗੇਜ ਰੇਟਸ ਵਧੇ ਬਹੁਤ ਜ਼ਿਆਦਾ, ਲੋਕ ਇੱਕੋ ਦਮ ਬੈਕ ਆਫ ਹੋ ਗਏ। ਰੈਂਟ ਵਧਿਆ ਹੋਇਆ, ਸੈਲਰਸ ਨੇ ਘਰ ਹੋਲਡ ਕਰ ਲਏ, ਪੁਰਾਣੇ ਘਰ ਵੀ। ਉਹਦੇ ਨਾਲ ਕੀ ਹੋਇਆ, ਮਾਰਕੀਟ ਦੇ ਵਿੱਚ ਇੱਕ ਤਾਂ ਬਾਇਰ ਦਾ ਪਰਚੇਜ਼ਿੰਗ ਪਾਵਰ ਘੱਟ ਸੀ,
ਬਾਇਰ ਵੀ ਸੋਚਦਾ ਸੀ ਮੈਂ ਲੈਣਾ ਨਹੀਂ ਤੇ ਸੈਲਰ ਸੋਚਦਾ ਸੀ ਮੈਨੂੰ ਵੇਚਣ ਦਾ ਵੀ ਕੋਈ ਫਾਇਦਾ ਨਹੀਂ। ਹਾਂ, ਜਿਹੜੇ ਡਿਸਟ੍ਰੈਸ ਸੇਲ ਸੀ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਸੀ, ਉਹਨਾਂ ਨੇ ਤਾਂ ਸਿੱਟੇ ਘਰ ਜਾਣੀ, ਉਹਨਾਂ ਨੂੰ ਤਾਂ ਵੇਚਣੇ ਪਏ ਕਿਉਂਕਿ ਉਹਨਾਂ ਨੇ ਅੱਗੇ ਕਲੋਜ਼ਿੰਗ ਕਰਾਉਣੀ ਸੀ। ਉਹਦੇ ਨਾਲ ਕੀ ਹੋਇਆ, ਮਾਰਕੀਟ 'ਚ ਇੱਕੋ ਦਮ ਮਤਲਬ ਸਨਾਟਾ ਜਿਹਾ ਛਾ ਗਿਆ। ਹੁਣ ਜਦੋਂ ਲੱਗਿਆ ਵੀ ਇੰਟਰਸਟ ਰੇਟ ਖੜ ਗਿਆ ਥੋੜ੍ਹਾ ਜਿਹਾ, ਤੇ ਹੁਣ ਘਰਾਂ ਦੀ ਘਾਟ ਆ। ਬਰੈਂਪਟਨ 'ਚ ਹਰ ਇੱਕ ਘਰ 'ਤੇ ਮਲਟੀਪਲ ਆਫਰਸ ਆ ਰਹੀਆਂ ਜੀ। ਪਿਛਲੇ ਮਹੀਨੇ ਦੇ ਵਿੱਚ ਜਿਹੜਾ ਛੋਟਾ ਘਰ ਆ 9-10 ਲੱਖ ਦਾ, ਉਹ ਤਕਰੀਬਨ 70-80 ਹਜ਼ਾਰ ਵੱਧ ਗਿਆ। ਅੱਛਾ, ਹੁਣ ਕੀ ਹੋਊਗਾ? ਇਵੇਂ ਹੀ ਬਿਲਡਰਸ ਦਾ ਕੰਮ ਆ। ਬਿਲਡਰਸ ਨੇ ਪਹਿਲਾਂ ਆਪਦੇ ਘਰ ਘੁਰ ਵੇਚਤੇ। ਜਦੋਂ ਬਿਲਡਰਸ ਨੂੰ ਲੱਗਿਆ ਵੀ ਘਰਾਂ ਦੀਆਂ ਪ੍ਰਾਈਸਿਸ ਡਾਊਨ ਜਾਣਗੇ, ਲੋਕ ਨਹੀਂ ਲੈ ਰਹੇ, ਜਾਂ ਵੀ ਸਾਨੂੰ ਵੇਚਣ 'ਚ ਘਾਟਾ ਹੋਊਗਾ, ਤੇ ਬਿਲਡਰ ਆ ਜਿਹੜੇ ਉਹਨਾਂ ਨੇ ਘਰ ਡਿਲੇ ਕਰਤੇ। ਬਿਲਡਰ ਨਹੀਂ ਕੀਤੇ, ਪਿੱਛੇ ਜਿਹੜੇ ਬਿਲਡਰ ਦੇ ਫਾਈਨੈਂਸਰ ਬੈਠੇ ਨੇ, ਲੈਂਡਰਸ ਬੈਠੇ ਨੇ, ਉਹਨਾਂ ਨੇ ਇਹ ਕਹਿ ਕੇ ਵੀ ਘਰ ਤੁਹਾਡੇ ਵਿਕਣੇ ਨਹੀਂ, ਜੇ ਵਿਕਣੇ ਨਹੀਂ ਤਾਂ ਸਾਡੀ ਜਿਹੜੀ ਫਾਈਨੈਂਸਿੰਗ ਦੀ ਕੋਸਟ ਆ ਵੱਧਦੀ ਜਾਣੀ, ਇੰਟਰਸਟ ਰੇਟ ਵਧਣਾ। ਕਈ ਫਾਈਨੈਂਸਰਸ ਨੇ ਜਿਹਨੂੰ ਲੈਂਡਰਸ ਕਹਿੰਦੇ ਆ, ਉਹਨਾਂ ਨੇ ਪੈਰ ਪਿੱਛੇ ਖਿੱਚ ਲਏ, ਤੇ ਉਹ ਬਿਲਡਰਸ ਨੂੰ ਡਰ ਲੱਗਣ ਲੱਗ ਗਿਆ ਵੀ ਅਸੀਂ ਬੈਂਕਰਪਟ ਹੋ ਜਾਵਾਂਗੇ। ਉਹ ਕਹਿੰਦੇ ਜੀ ਅਸੀਂ ਹੁਣ ਠਹਿਰ ਕੇ ਬਣਾ ਲਾਂਗੇ। ਮਤਲਬ ਇਸ ਤਰ੍ਹਾਂ ਚੱਲਦੀ ਹੈ ਮਾਰਕੀਟ, ਇਸ ਤਰ੍ਹਾਂ ਚੱਲਦੀ ਹੈ। ਅੱਛਾ, ਇੱਕ ਸੰਦੀਪ ਸੋਢੀ ਪੁੱਛ ਰਹੇ ਨੇ ਕਿ ਜਿਹੜੀ ਇਹ HST ਕਿਵੇਂ ਇਨਕਾਰਪੋਰੇਟ ਹੁੰਦੀ ਹੈ ਲੈਂਡ ਦੀ ਪਰਚੇਜ਼ 'ਚ? ਹਾਂਜੀ, ਇਹ ਸਾਰੇ ਘਰ ਦੀ ਪਰਚੇਜ਼ ਜਿਵੇਂ ਆਪਾਂ ਕਰੀਏ ਵੀ, ਜਿਵੇਂ ਹੁਣ ਘਰ ਬਣਾਉਣ 'ਤੇ ਖਰਚਾ ਆਇਆ ਬਿਲਡਰ ਦਾ 9 ਲੱਖ ਸਪੋਜ਼, ਸਾਰੇ ਕਾਸੇ ਉਹਦੇ ਵਿੱਚ ਇਹ ਡਿਵੈਲਪਮੈਂਟ ਚਾਰਜਿਸ, ABC ਲੈਂਡ ਦੀ ਕੋਸਟ, ਬਣਾਉਣ ਦੀ, ਸਾਰਾ ਕੁਛ ਕਰਕੇ 9 ਲੱਖ ਆਇਆ। ਇਹਦੇ ਵਿੱਚ ਸਮਾਨ ਦੀ ਕੋਸਟ ਆ, ਸਾਰਾ ਕੁਛ ਆ ਗਿਆ। ਤਾਂ 9 ਲੱਖ ਦੀ ਜੇ ਕੋਈ ਆਪਾਂ ਚੀਜ਼ ਵੇਚਣੀ ਆ, ਉਹਦੇ ਉੱਤੇ HST 13% ਦੇ ਹਿਸਾਬ ਦੇ ਨਾਲ ਕਿੰਨੀ ਬਣ ਗਈ? 1 ਲੱਖ ਤੇ ਕਿੰਨੀ 13 ਨਾ 1,17,18 ਹਜ਼ਾਰ ਬਣੂਗੀ ਮੇਰਾ ਖਿਆਲ। 9 ਲੱਖ ਦੇ ਵਿੱਚ 1,17,000 ਤੁਸੀਂ ਐਡ ਕਰਤੀ, 10,17,000 ਹੋ ਗਈ। ਉਹ ਘਰ ਦੀ ਪ੍ਰਾਈਸ ਆਪਾਂ ਨੂੰ 10,17,000 ਜਿਹੜੀ ਹੈਗੀ ਆ ਉਹਦੇ ਹਿਸਾਬ ਨਾਲ ਮਿਲਣਾ। ਹੁਣ ਇਹਦੇ 'ਚ ਇੱਕ ਗੱਲ ਦੇਖਣ ਵਾਲੀ ਆ ਵੀ ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਜਾਂ ਤੁਸੀਂ 1 ਸਾਲ ਘਰ ਰੱਖਦੇ ਹੋ, ਰੈਂਟ ਕੀਤਾ, ਤੇ ਇਹਦੇ ਵਿੱਚੋਂ 24,000 ਦੇ ਕਰੀਬ ਤੁਹਾਨੂੰ ਰੈਂਟ ਉਹ ਰਿਬੇਟ ਮਿਲ ਜਾਂਦੀ, ਉਹਨੂੰ HST ਰਿਬੇਟ ਕਹਿੰਦੇ ਆ। ਉਹ ਰਿਬੇਟ ਮਾਈਨਸ ਕਰ ਦਿਓ, ਇਹਦਾ ਮਤਲਬ ਘਰ ਤੁਹਾਨੂੰ ਉਹ 9 ਲੱਖ। ਰਵਿੰਦਰ ਧਾਲੀਵਾਲ ਪੁੱਛ ਰਹੇ ਨੇ ਕਿ CMHC ਫੀ ਤਾਂ ਬਾਇਰ ਪੇ ਕਰਦਾ, ਹਾਂਜੀ, 20% ਤੋਂ ਘੱਟ ਡਾਊਨ ਹਾਂਜੀ ਦਿੰਦਾ ਹੈ ਨਾ? ਹਾਂਜੀ। ਇਹ ਬਿਲਡਰ ਦੇ ਖਰਚੇ 'ਚ ਕਿਉਂ ਪਾਤੀ? ਨਹੀਂ, ਬਿਲਡਰ ਦੇ ਖਰਚੇ 'ਚ ਨਹੀਂ ਪਾਈ ਇਹ ਆਪਾਂ ਪਾਈ ਆ ਵੀ ਸਰਕਾਰ ਨੂੰ ਕਿੰਨੇ ਪੈਸੇ ਜਾਂਦੇ ਨੇ। ਓਕੇ, ਆਪਾਂ ਬਿਲਡਰ ਦੇ ਖਰਚੇ 'ਚ ਨਹੀਂ ਪਾਈ। ਸਰਕਾਰ ਨੂੰ ਕਿੰਨੇ ਪੈਸੇ ਜਾਂਦੇ ਨੇ ਘਰ ਦੀ ਸੇਲ ਪਰਚੇਜ਼ ਤੋਂ, ਹੈ ਨਾ, ਆਪਾਂ ਉਹਦੇ ਖਰਚੇ 'ਚ ਪਾਈ। ਇਹ ਡਿਵੈਲਪਮੈਂਟ ਚਾਰਜਿਸ ਵੀ ਸਰਕਾਰ ਨੂੰ ਹੀ ਜਾਂਦੇ ਨੇ ਨਾ, ਸਿਟੀ ਨੂੰ ਜਾਂਦੇ ਨੇ, ਮਿਊਨਿਸਪੈਲਿਟੀ ਨੂੰ ਜਾਂਦੇ ਨੇ, ਉਹਦੇ ਵਿੱਚ ਐਜੂਕੇਸ਼ਨ ਬੋਰਡ ਨੂੰ ਜਾਂਦੇ ਨੇ। ਇਹ ਸਾਰੇ ਆਪਾਂ ਖਰਚੇ ਕਾਊਂਟ ਕੀਤੇ ਸੀਗੇ, ਉਹਦੇ ਵਿੱਚ ਜਾਂਦੇ ਨੇ। ਐਂਡ ਦਾ ਟਰਾਂਸਫਰ ਟੈਕਸ ਜਿਹੜਾ ਜਾਂਦਾ ਉਹ ਵੀ ਫਿਰ ਗਵਰਨਮੈਂਟ ਨੂੰ ਜਾਂਦਾ ਨਾ। ਨਵਤੇਜ ਹੋਰੀ ਕਹਿ ਰਹੇ ਨੇ ਕਿ ਖੈਰ ਇਹ ਮਤਲਬ ਤੁਹਾਡੀ ਜਿਹੜੀ ਨਵਤੇਜ ਜੀ ਤੁਸੀਂ ਕਹਿ ਰਹੇ ਹੋ, ਅਸਲ 'ਚ ਆਪਣੀ ਗੱਲ ਤੋਂ ਸ਼ੁਰੂ 'ਚ ਤੁਹਾਨੂੰ ਲੱਗਿਆ ਹੋਵੇਗਾ ਕਿ ਸ਼ਾਇਦ ਬਿਲਡਰ ਨੂੰ ਕੁਝ ਬਚਦਾ ਨਹੀਂ ਹੈ, ਤੇ ਚਰਨਜੀਤ ਹੋਰੀ ਕਹਿ ਚੁੱਕੇ ਨੇ ਵੀ ਪੱਕਾ ਬਚਦਾ ਜੀ। ਉਹ ਕੋਈ ਬੰਦਾ ਕੰਮ ਨਹੀਂ ਕਰਦਾਗਾ ਜੇ ਉਹਨੂੰ ਨਾ ਬਚਦਾ ਹੋਵੇ। ਉਹ ਮੇਕ ਸ਼ੋਰ ਕਰਦੇ ਨੇ ਜੀ। ਲੈਂਡਰ ਉਹਨਾਂ ਨੂੰ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਪੈਸੇ ਹੀ ਤਾਂ ਲੈਂਡ ਕਰਦਾ ਜੇ ਉਹਨਾਂ ਨੂੰ ਪੈਸੇ ਬਚਦੇ ਨੇ। ਅੱਛਾ, ਇਹ ਮੇਕ ਸ਼ੋਰ ਕੀਤੇ ਜਾਂਦੇ ਨੇ ਜੀ। ਕਿਉਂ? ਅਨਐਕਸਪੈਕਟਡ ਜਿਵੇਂ ਪ੍ਰਾਈਸਿਸ ਵੱਧ ਗਈਆਂ ਕਿਸੇ ਚੀਜ਼ ਦੀਆਂ, ਹੈ ਜੀ, ਤੇ ਜੇ ਉਹਦੇ 'ਚ ਪੈਸੇ ਨਹੀਂ ਬਚਦੇ, ਉਹਨਾਂ ਨੇ ਮਾਰਜਨ ਨਹੀਂ ਰੱਖਿਆ ਹੋਇਆ, ਫਿਰ ਵੈਸੇ ਉਹਦੇ 'ਚ ਨਾ ਇੱਕ ਪ੍ਰੋਵੀਜ਼ਨ ਰੱਖੀ ਹੁੰਦੀ ਆ, ਕੰਟੀਜੈਂਸੀ ਕਹਿੰਦੇ ਆ, ਅਨਫੋਰਸੀਨ ਖਰਚਿਆਂ ਵਾਸਤੇ। ਜੇ ਉਸ ਤੋਂ ਵੀ ਕੰਸਟਰਕਸ਼ਨ ਦਾ ਕੋਸਟ ਜਾਂ ਕੋਈ ਵੀ ਚੀਜ਼ ਕਰਕੇ ਅਨਫੋਰਸੀਨ ਖਰਚਾ ਕਰਕੇ ਵੱਧ ਜਾਂਦੇ ਨੇ, ਉਹ ਬਿਲਡਰ ਦੇ ਪ੍ਰੋਫਿਟ 'ਚ ਹੀ ਕੱਟ ਲੱਗਣਾ। ਇਸ ਕਰਕੇ ਬਿਲਡਰ ਨੇ ਮੇਕ ਸ਼ੋਰ ਕਰਨਾ, ਲੈਂਡਰ ਨੇ ਮੇਕ ਸ਼ੋਰ ਕਰਨਾ ਵੀ ਇਹ ਜਿਹੜੇ ਹੈਗੇ ਆ ਪ੍ਰੋਫਿਟ ਮਾਰਜਨ ਇੰਨਾ ਹੋਵੇ। ਮੈਂ ਇੱਕ ਹੋਰ ਸਾਡੇ ਸਰੋਤਿਆਂ ਦੇ ਧਿਆਨ 'ਚ ਗੱਲ ਲਿਆਉਣੀ ਚਾਹੁੰਦਾ ਬਈ, ਬਹੁਤ ਸਾਰੇ ਪ੍ਰੋਜੈਕਟਸ ਦੇ ਵਿੱਚ ਜਿਹੜੇ ਪਹਿਲਾਂ ਸਸਤੇ ਵੇਚੇ ਸੀ ਨਾ, ਕੋਸਟ ਵਧਣ ਦੇ ਨਾਲ, ਇੰਟਰਸਟ ਰੇਟ ਵਧਣ ਦੇ ਨਾਲ, ਇਹ ਸਪੋਜ਼ ਕੋਈ ਚੀਜ਼ ਆ ਵੀ $1 ਮਿਲੀਅਨ ਦੀ ਆ, ਤੇ ਉਹਦੇ ਵਿੱਚੋਂ ਜਾਂ $1 ਲੱਖ ਦੀ ਕੋਈ ਚੀਜ਼ ਆ, 80,000 ਫਾਈਨੈਂਸਿੰਗ ਲੈਂਦੇ ਨੇ, ਲੈਂਡਰ 80,000 ਦਿੰਦਾ, ਉਹ ਲੋਨ ਟੂ ਵੈਲਿਊ ਰੇਸ਼ੋ 80% ਤੱਕ ਗਿਆ ਨਾ। ਉਹਨੇ ਇਹ ਕੰਸੀਡਰ ਕਰਕੇ ਦਿੱਤੀ ਵੀ ਇਹ ਚੀਜ਼ $1 ਲੱਖ ਦੀ ਆ। ਜੇ ਉਹਨੂੰ ਲੱਗੇ ਲੈਂਡਰ ਨੂੰ ਵੀ ਇਹ ਚੀਜ਼ ਆ ਜਿਹੜੀ 1 ਲੱਖ ਦੀ ਨਹੀਂ, ਇਹ 80,000 ਦੀ ਰਹਿ ਗਈ ਸਪੋਜ਼, ਉਹਨੇ ਆਪਣੀ ਜਿਹੜੀ ਲੈਂਡਿੰਗ ਕੀਤੀ ਹੋਈ ਉਹਨੇ ਪੈਰ ਪਿੱਛੇ ਖਿੱਚ ਲੈਣੇ ਆ। ਉਹਨੇ ਕਹਿਣਾ ਮੈਂ ਤੈਨੂੰ 80,000 ਲੈਂਡ ਕੀਤਾ ਸੀ, ਲੋਨ ਟੂ ਵੈਲਿਊ ਰੇਸ਼ੋ 80%, 20% ਦਾ ਮਾਰਜਿਨ ਰੱਖਿਆ ਸੀ ਮਾਰਕੀਟ ਫਲਕਚੁਏਸ਼ਨ ਦੇ ਹਿਸਾਬ ਨਾਲ। ਹੁਣ ਤਾਂ ਉਹਦੀ ਪ੍ਰਾਈਸ ਘਟ ਗਈ। ਇਹਦਾ ਮਤਲਬ ਮੈਂ ਜਿਹੜੀ ਤੈਨੂੰ ਲੈਂਡ ਕਰ ਰਿਹਾ ਚੀਜ਼ ਪੈਸੇ, ਇਹ ਮੇਰੇ ਪੈਸੇ ਨਹੀਂ ਵਾਪਸ ਮੁੜਨੇ। ਇਸ ਕਰਕੇ ਬਹੁਤ ਸਾਰੇ ਲੈਂਡਰਸ ਨੇ ਜਿਹੜੇ ਉਹ ਬੈਕ ਆਫ ਹੋ ਜਾਂਦੇ ਨੇ। ਬੈਕ ਆਫ ਹੋ ਗਏ ਤਾਂ ਬਿਲਡਰ ਡੁੱਬ ਗਿਆ, ਨਾਲ ਹੀ ਉਹ ਘਰ ਆ ਜਿਹੜੇ ਉਹ ਨਹੀਂ ਬਣਨੇ। ਆਪਾਂ ਹੁਣੇ ਮੰਨ ਲਈਏ ਇਹਦੇ 'ਚ ਬਹੁਤ ਵੱਡਾ ਇੱਕ ਹਿੱਸਾ ਹੈ ਕਿ ਲੈਂਡ ਪ੍ਰਾਈਸ, ਹਾਂਜੀ, ਐਂਡ ਡਿਵੈਲਪਮੈਂਟ ਚਾਰਜਸ। ਬਿਲਕੁਲ, ਜਿਵੇਂ ਹੁਣ ਦੱਸ ਰਹੇ ਹੋ ਤੁਸੀਂ ਵੀ ਪੀਲ ਦੇ 'ਚ ਬਰੈਂਪਟਨ ਦੇ ਬਹੁਤ ਨੇ ਜ਼ਿਆਦਾ, ਮਤਲਬ ਡਿਵੈਲਪਮੈਂਟ ਚਾਰਜਸ ਨੇ, ਤੁਸੀਂ 1,30,000 ਦੱਸ ਰਹੇ ਹੋ।
ਹਾਂਜੀ ਹੈ ਨਾ, ਮਿਸੀਸਾਗਾ 10,000 ਘੱਟ ਨੇ, 1,21,000। ਹਾਂਜੀ ਤੇ ਕੁਝ ਸਿਟੀ ਦੇ ਵਿੱਚ ਇਹ ਘੱਟ ਵੀ ਹੁੰਦੇ ਹੋਣਗੇ ਬਹੁਤ। ਹਾਂਜੀ ਕੁਝ ਸਿਟੀਜ਼ ਘੱਟ ਵੀ ਆ, ਕਾਫੀ ਘੱਟ ਆ। ਈਵਨ ਚਲੋ ਇਹ ਆਪਾਂ ਡਿਟੈਚ ਦੀ ਗੱਲ ਕੀਤੀ ਆ, ਕੋਈ ਨਾ ਸਿਟੀ ਦੇ ਵਿੱਚ ਕੋਈ ਕੋਰੀਡੋਰ ਹੁੰਦਾ, ਕੋਈ ਏਰੀਆ ਹੁੰਦਾ, ਜਿਵੇਂ ਤੁਸੀਂ ਸ਼ਾਇਦ ਕੁਈਨ ਸਟਰੀਟ ਤੇ ਚਲੇ ਜਾਓ, ਇੱਥੇ ਡਿਵੈਲਪਮੈਂਟ ਚਾਰजेस ਕੌਂਡੋਜ਼ ਦੇ ਮਾਫ ਹੋਣਗੇ। ਐਂ ਕੁਝ ਸਿਟੀਜ਼ ਨੇ ਵਿੰਡਜ਼ਰ ਦੇ ਵਿੱਚ ਆ, ਕੁਛ ਏਰੀਆ ਦੇ ਵਿੱਚ ਮਾਫ ਕੀਤੇ ਹੋਏ ਨੇ ਉਹ ਏਰੀਆ ਨੂੰ ਡਿਵੈਲਪ ਕਰਨ ਦੇ ਲਈ ਜਿੱਥੇ ਫੈਸਿਲਿਟੀ ਜ਼ਿਆਦਾ ਨੇ। ਇਸ ਕਰਕੇ ਡਿਵੈਲਪਮੈਂਟ ਚਾਰजेस ਆ ਜਿਹੜੇ ਇਹ ਪਿਛਲੇ ਵੈਸੇ 3-4 ਸਾਲਾਂ 'ਚ ਜ਼ਿਆਦਾ ਵਧੇ ਨੇ, ਵਧਣ ਦੀ ਸਪੀਡ ਜ਼ਿਆਦਾ ਹੋ ਗਈ ਆ। ਬਿਲਕੁਲ ਫਰਕ ਆ ਜੀ, ਲੈਂਡ ਦਾ ਵੀ ਫਰਕ ਆ, ਡਿਵੈਲਪਮੈਂਟ ਚਾਰजेस ਦਾ ਵੀ ਫਰਕ ਆ, ਪਰ ਇੱਕ ਮਿਨੀਮਮ ਲੈਵਲ ਆ, ਉਸ ਤੋਂ ਥੱਲੇ ਨਹੀਂ ਹੋ ਜਾਂਦੇ। ਦੂਜੇ ਪ੍ਰੋਵਿੰਸਸ ਦੇ ਵਿੱਚ ਵੀ ਫਰਕ ਹੋਏਗਾ? ਪ੍ਰੋਵਿੰਸਸ ਦੇ ਕਈਆਂ 'ਚ ਮਾਫ ਨੇ ਜੀ, ਹੁਣ ਆਪਾਂ ਐਲਬਰਟਾ ਦੇ ਵਿੱਚ ਬਹੁਤ ਥਾਵਾਂ ਤੇ ਮਾਫ ਨੇ ਡਿਵੈਲਪਮੈਂਟ ਚਾਰजेस, ਕੌਂਡੋਜ਼ ਵਗੈਰਾ ਦੇ ਕਹਿੰਦੇ ਮਾਫ ਨੇ। ਅੱਡ ਪ੍ਰੋਵਿੰਸ, ਮੈਨੂੰ ਬਾਕੀ ਪ੍ਰੋਵਿੰਸਸ ਦੀ ਨੌਲੇਜ ਘੱਟ ਆ, ਮਾਫੀ ਚਾਹੁੰਦਾ ਮੈਂ, ਪਰ ਓਨਟਾਰੀਓ ਦੇ ਵਿੱਚ ਕਈ ਸਿਟੀਜ਼ ਨੂੰ ਡਿਵੈਲਪ ਕਰਨ ਲਈ ਗਵਰਨਮੈਂਟ ਚਾਰजेस ਉੱਥੇ ਡਿਵੈਲਪਮੈਂਟ ਚਾਰजेस ਮਾਫ ਕਰ ਦਿੰਦੀ ਆ। ਨਾਰਥ ਦੇ ਵਿੱਚ ਚਲੇ ਜਾਓ, ਉੱਥੇ ਡਿਵੈਲਪਮੈਂਟ ਚਾਰजेस ਮਾਫ ਨੇ। ਲੈਂਡ ਦੀ ਕਾਸਟ ਵੀ ਘੱਟ ਹੈਗੀ ਆ, ਅਤੇ ਉੱਥੇ ਬਿਲਡਰਸ ਦੇ ਵਿੱਚ ਆਪਸ ਵਿੱਚ ਦੀ ਕੰਪੀਟੀਸ਼ਨ ਘੱਟ ਹੈਗਾ। ਛੋਟੇ ਬਿਲਡਰ ਨੇ ਉਹ ਪ੍ਰੋਫਿਟ ਮਾਰਜਨ ਘੱਟ ਰੱਖਦੇ ਨੇ। ਕਾਸਟ ਹੈ ਜਿਹੜੀ ਐਕਚੁਅਲ ਉਹਦੇ 'ਚ ਤਾਂ ਸ਼ਾਇਦ ਬਹੁਤਾ ਫਰਕ ਨਾ ਹੋਏ, ਥੋੜਾ ਫਰਕ ਆ, ਪਰ ਜਿਹੜਾ ਮੇਜਰ ਫਰਕ ਪੈਂਦਾ ਲੈਂਡ ਦੀ ਪ੍ਰਾਈਸ ਕੀ ਹੈ ਤੇ ਦੂਜਾ ਡਿਵੈਲਪਮੈਂਟ ਚਾਰजेस। ਯੈਸ ਸ਼ਮੀਲ ਜੀ, ਇਸ ਤਰ੍ਹਾਂ ਹੁੰਦਾ, ਇਹ ਜਿਹੜੇ ਬਿਲਡਰਸ ਨੇ ਇਹ ਕੰਟਰੈਕਟਰਸ ਹਾਇਰ ਕਰਦੇ ਨੇ, ਕੰਟਰੈਕਟਰਸ ਅੱਗੇ ਸਬ ਕੰਟਰੈਕਟਰਸ ਹਾਇਰ ਕਰਦੇ ਨੇ। ਜਿੱਥੇ ਕੰਮ ਦੀ ਘਾਟ ਹੈਗੀ ਆ, ਕੰਪੀਟੀਸ਼ਨ ਘੱਟ ਆ, ਉੱਥੇ ਫਿਰ ਕੀ ਆ, ਓਵਰਆਲ ਖਰਚਾ ਵੀ ਘੱਟ ਹੁੰਦਾ, ਪਰ ਸਕੁਅਰ ਫੁੱਟ ਕਾਸਟ ਆ ਜਿਹੜੀ ਉਹਦਾ ਫਰਕ ਪੈ ਜਾਂਦਾ। ਲੈਂਡ ਦੀ ਕਾਸਟ, ਇਹ ਕਾਸਟ ਤੇ ਡਿਵੈਲਪਮੈਂਟ ਚਾਰजेस ਦਾ ਘੱਟ ਹੋਣਾ, ਇਹਦੇ ਨਾਲ ਸਿਗਨੀਫਿਕੈਂਟ ਫਰਕ ਪੈ ਜਾਂਦਾ, ਇਸ ਕਰਕੇ ਘੱਟ ਆ। ਪਰ ਜਿਵੇਂ ਜਿਵੇਂ ਲੋਕ ਉੱਧਰ ਨੂੰ ਮੂਵ ਕਰਨ ਲੱਗਦੇ ਨੇ, ਉੱਥੇ ਫਿਰ ਡਿਵੈਲਪਮੈਂਟ ਹੁੰਦੀ ਆ, ਹੋਰ ਖਰਚੇ ਵੱਧਦੇ ਨੇ, ਇਸ ਕਰਕੇ ਹੌਲੀ ਹੌਲੀ ਉਹ ਖਰਚੇ ਵਧਣ ਲੱਗ ਜਾਂਦੇ ਨੇ। ਚਰਨਜੀਤ ਜੀ, ਆਪਾਂ ਗੱਲ ਕੀਤੀ ਹੈ ਹੁਣ, ਇਹ ਜਿਹੜੀ ਜਿੰਨੀ ਗੱਲ ਕੀਤੀ ਆਪਾਂ ਕੀਤੀ ਸੀ ਜਿਹੜੇ ਡਿਟੈਚਡ ਹੋਮ ਨੇ, ਐਵਰੇਜ ਡਿਟੈਚਡ ਘਰ ਦੀ, ਕੀ ਕੌਂਡੋ ਦੀ ਕਾਸਟ ਦੇ ਵਿੱਚ ਫਰਕ ਹੋ ਸਕਦਾ? ਕਿੰਨਾ ਕੁ ਫਰਕ ਹੁੰਦਾ ਹੋਏਗਾ? ਦੇਖੋ ਕੌਂਡੋਜ਼ ਦੀ ਜਿਹੜੀ ਕਾਸਟ ਆ, ਅਗੇਨ ਉਹ ਕਿਉਂਕਿ ਉੱਥੇ ਲੈਂਡ, ਥੋੜੀ ਲੈਂਡ 'ਚ ਜ਼ਿਆਦਾ ਯੂਨਿਟ ਬਣ ਰਹੇ ਨੇ। ਹਾਂਜੀ ਥੋੜੀ ਲੈਂਡ ਤਾਂ ਥੋੜੀ, ਪਰ ਹੁਣ ਗੱਲ ਇਹ ਹੈ ਬਈ ਇੱਥੇ ਕੁਈਨ ਸਟਰੀਟ ਤੇ 1 ਏਕੜ ਲੈਂਡ ਲੈਣੀ ਹੋਵੇ ਤੇ 10 ਮਿਲੀਅਨ ਦੀ ਘੱਟੋ ਘੱਟ ਹੈ ਨਾ, ਤੇ ਉਹਨੂੰ ਫਿਰ ਉਹ 5 ਸਾਲ ਲੱਗਣੇ ਆ ਸ਼ਹਿਰ ਦੇ ਵਿੱਚ ਪ੍ਰੋਸੈਸ ਆ। 10 ਮਿਲੀਅਨ ਦੀ 5 ਸਾਲ ਦੀ ਕੈਰਿੰਗ ਓਵਰ ਕਾਸਟ ਲਾ ਲਓ। ਅੱਛਾ, ਫਿਰ ਕੌਂਡੋ ਦੇ ਵਿੱਚ ਹੋਰ ਕੀ ਹੁੰਦਾ, ਜਿੰਨਾ ਤੁਸੀਂ ਅੰਡਰਗਰਾਊਂਡ ਜਾਂਦੇ ਹੋ, ਤੁਹਾਡੀ ਜਿਹੜੀ ਪਾਰਕਿੰਗ ਆ, ਉਹ ਪਾਰਕਿੰਗ ਅੰਡਰਗਰਾਊਂਡ ਜਾਣਾ ਉਹ ਬਹੁਤ ਮਹਿੰਗੀ ਪੈ ਜਾਂਦੀ ਹੈ। ਇਸ ਕਰਕੇ ਮਤਲਬ ਜ਼ਰੂਰ ਹਾਈ ਡੈਂਸਿਟੀ ਕਹਿੰਦੇ ਨਾ ਆਪਾਂ, ਵੀ ਜ਼ਿਆਦਾ ਥੋੜ੍ਹੇ ਏਰੀਏ 'ਚ ਜ਼ਿਆਦਾ ਬਣ ਜਾਂਦੇ ਨੇ। ਹਾਈ ਡੈਂਸਿਟੀ ਦੀਆਂ ਆਪਣੀਆਂ ਪ੍ਰੋਬਲਮਸ ਨੇ, ਉਹਦੇ ਵਿੱਚ ਇਹ ਵਾਲੀਆਂ ਕਾਸਟ ਵੱਧਦੀਆਂ ਨੇ। ਅੱਛਾ, ਕੱਲੀ ਗੱਲ ਮੈਟਰ ਕਰਦੀ ਹੈ ਜੀ, ਤੁਸੀਂ ਟ੍ਰੈਫਿਕ ਕਿੰਨੀ ਦੇਰ ਰੋਕਿਆ, ਕਿੰਨੀ ਦੇਰ ਤੁਸੀਂ ਕੰਸਟਰਕਸ਼ਨ ਕੀਤੀ, ਕੀ ਕੀਤਾ, ਖਰਚੇ ਉਹ ਤੁਹਾਡੇ ਵੱਧਦੇ ਰਹਿੰਦੇ ਨੇ। ਨਾਲ ਇਹਦੇ ਡਿਵੈਲਪਮੈਂਟ ਚਾਰजेस ਜ਼ਰੂਰ ਘਟਦੇ ਨੇ। ਜਿਵੇਂ ਹੁਣ ਬਰੈਂਪਟਨ ਦੇ ਵਿੱਚ ਜੇ ਤੁਸੀਂ 750 ਸਕੁਅਰ ਫੁੱਟ ਤੋਂ ਉੱਤੇ ਕੌਂਡੋ ਲੈਣੀ ਆ, ਉਹਦੇ ਕੁੱਲ ਮਿਲਾ ਕੇ ਖਰਚੇ ਨੇ ਜਿਹੜੇ ਰੀਜਨ ਦੇ ਤੇ ਸਿਟੀ ਦੇ, ਉਹ 99,000 ਨੇ। ਉੱਧਰ 130 ਸੀ ਨਾ, ਤੇ ਜੇ ਇਹੀ ਤੁਹਾਡੀ 750 ਸਕੁਅਰ ਫੁੱਟ ਤੋਂ ਘੱਟ ਜਾਂਦੀ ਆ, ਫਿਰ ਇਹ 51,000 ਖਰਚੇ ਰਹਿ ਜਾਂਦੇ ਨੇ। ਇੱਥੇ ਫਰਕ ਪੈ ਗਿਆ ਨਾ। ਤੇ ਦੂਸਰਾ, ਪਾਰਕਿੰਗ ਅੰਡਰਗਰਾਊਂਡ, ਜਿੰਨਾ ਏਰੀਆ ਥੋੜ੍ਹਾ ਪਾਰਕਿੰਗ, ਜਿੰਨੇ ਲੈਵਲ ਤੁਸੀਂ ਥੱਲੇ ਜਾਓਗੇ ਪਾਰਕਿੰਗ ਉਹਨਾਂ ਨੂੰ ਕਾਸਟ ਕਰੀ ਜਾਓ। ਹਾਲਾਂਕਿ ਉਹ ਜਿਹੜੀ ਪਾਰਕਿੰਗ ਵੇਚਦੇ ਵੀ ਨੇ 60,000 ਦੀ, 50,000 ਦੀ, ਉਹਦੇ ਵਿੱਚੋਂ ਵੀ ਥੋੜ੍ਹਾ ਬਹੁਤ ਮਾਰਜਨ ਹੈਗਾ, ਇਹੋ ਜਿਹੀ ਗੱਲ ਨਹੀਂ ਵੀ ਨਹੀਂ ਹੈਗਾ, ਪਰ ਉਹ ਕਾਸਟ ਵੀ ਕਰਦਾ ਉਨਾ ਹੀ। ਅੱਛਾ, ਇਹਦੀ ਕਾਸਟ ਆ ਜਿਹੜੀ ਬਿਲਡਰ ਅਗੇਨ $400 ਲਾ ਕੇ ਕਰਦੇ ਨੇ ਘੱਟੋ ਘੱਟ। ਜੇ ਤੁਸੀਂ ਸ਼ਹਿਰ ਦੇ ਵਿੱਚੋਂ ਤਾਂ ਇਸ ਤੋਂ ਵੱਧ ਜਾਂਦੀ ਹੈ, ਜੇ ਤੁਸੀਂ ਕਿਤੇ ਹੋਰ ਏਰੀਆ 'ਚ ਮਾੜਾ ਮੋਟਾ ਫਰਕ ਪੈ ਸਕਦਾ, ਪਰ ਘੱਟੋ ਘੱਟ $400 ਦੀ ਉਹਨਾਂ ਦੀ ਰੇਂਜ ਹੈਗੀ ਆ ਪਰ ਸਕੁਅਰ ਫੁੱਟ। ਮਤਲਬ ਇਹਦੇ ਹਿਸਾਬ ਨਾਲ ਚੱਲਦੇ ਨੇ। ਮਤਲਬ ਕੁਛ ਥਾਵਾਂ ਤੇ ਜੇ ਕਾਸਟ ਘਟੀ ਹੈ ਤੇ ਕੁਛ ਥਾਵਾਂ ਦੇ ਉੱਤੇ ਕਾਸਟ ਐਡ ਵੀ ਹੋ ਰਹੀ ਹੈ। ਬਿਲਕੁਲ। ਅੱਛਾ, ਇਹਦੇ 'ਚ ਕੀ ਹੁੰਦਾ ਫਿਰ ਬਈ, ਇੱਕ ਤੁਸੀਂ ਜਿਹੜਾ ਯੂਨਿਟ ਬਣਾਉਣਾ, ਉਹ ਭਾਵੇਂ ਵੱਡਾ ਹੈ ਭਾਵੇਂ ਛੋਟਾ, ਉਹਦਾ ਇੱਕ ਮਿਨੀਮਮ ਖਰਚਾ। ਇਸ ਕਰਕੇ ਸਾਡੇ ਸਰੋਤਿਆਂ ਨੇ ਨੋਟ ਕੀਤਾ ਹੋਣਾ ਵੀ ਜਿਹੜਾ 1 ਬੈਡਰੂਮ ਹੈਗਾ, ਜੇ ਸੇਲ ਪ੍ਰਾਈਸ ਦੀ ਮੈਂ ਗੱਲ ਕਰਦਾ, ਬਰੈਂਪਟਨ ਘੱਟੋ ਘੱਟ ਇੱਥੇ $1,100 ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਕੌਂਡੋ ਵਿਕ ਚੁੱਕੇ ਨੇ। ਹੁਣ ਜਿਹੜਾ ਛੋਟਾ ਯੂਨਿਟ ਆ 500 ਸਕੁਅਰ ਫੁੱਟ ਦਾ, ਮਤਲਬ ਉਹ ਇਹਦਾ ਮਤਲਬ 5 ਲੱਖ 5.5 ਲੱਖ ਦਾ ਵਿਕ ਚੁੱਕਿਆ। ਪਰ ਜਿਹੜਾ ਹੁਣ 800 ਸਕੁਅਰ ਫੁੱਟ ਦਾ ਉਹਦਾ ਬੇਸਿਕ ਖਰਚਾ ਹੋਗਾ ਨਾ, ਉਹਦੀ ਫਿਰ ਪਰ ਸਕੁਅਰ ਫੁੱਟ ਕਾਸਟ ਥੋੜ੍ਹੀ ਜਿਹੀ ਘੱਟ ਜਾਂਦੀ ਹੈ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਯੂਨਿਟ, ਕਿਉਂਕਿ ਬੇਸਿਕ ਖਰਚਾ ਕਵਰ ਹੋ ਗਿਆ। ਇਸ ਕਰਕੇ ਉਹਦੀ ਪਰ ਸਕੁਅਰ ਫੁੱਟ ਕਾਸਟ ਉੱਪਰ ਜਾਂਦੇ ਆ, ਇਹ ਘੱਟਦੀ ਜਾਂਦੀ ਹੈ। ਟੋਰਾਂਟੋ ਦੇ ਵਿੱਚ ਇਹ ਸੇਲੇਬਲ ਸਕੁਅਰ ਫੁੱਟ ਦੀ ਗੱਲ ਕਰਦਾ ਮੈਂ, ਜਦੋਂ ਆਪਾਂ ਸੇਲ ਕਰਦੇ ਹਾਂ, ਟੋਰਾਂਟੋ ਦੇ ਵਿੱਚ 1,500 1,700, ਈਵਨ ਯੰਗ ਸਟਰੀਟ ਦੇ ਉੱਤੇ $2,000 ਪਰ ਸਕੁਅਰ ਫੁੱਟ ਦੇ ਜਿਹੜੇ ਹੈਗੇ ਨੇ ਵਿਕੇ ਨੇ। ਮਿਸੀਸਾਗਾ ਦੇ ਵਿੱਚ $1,100 $1,200। ਬਰੈਂਪਟਨ ਦੇ ਵਿੱਚ ਮੈਂ ਪਿਛਲੇ 2 ਸਾਲਾਂ ਦੀ ਗੱਲ ਕਰ ਰਿਹਾ, ਉਸ ਤੋਂ ਪਹਿਲਾਂ ਤਾਂ $700 $650 ਪਰ ਸਕੁਅਰ ਫੁੱਟ ਦੇ ਵੀ ਵਿਕੇ ਨੇ 2-2.5 ਸਾਲ ਪਹਿਲਾਂ ਜਿਹੜੇ ਬੁੱਕ ਹੋਏ ਨੇ। ਮੇਨ ਪੁਆਇੰਟ ਇਹਦੇ 'ਚ ਕੀ ਹੁੰਦਾ ਬਈ, ਬਿਲਡਰ ਆ ਜਿਹੜਾ ਉਹ ਇਹ ਦੇਖਦਾ ਵੀ ਮੈਂ ਕਿੰਨੇ ਸਾਲਾਂ ਬਾਅਦ ਇਹ
ਯੂਨਿਟ ਆ ਜਿਹੜਾ ਮਾਰਕੀਟ ਦੇ ਵਿੱਚ ਲੈ ਕੇ ਆਉਣਾ, ਉਹ ਉਸ ਚੀਜ਼ ਨੂੰ ਫਿਊਚਰ ਦੀ ਕਾਸਟ ਨੂੰ ਕੰਸੀਡਰ ਕਰਦਾ। ਇਹਦੇ ਲਈ ਫਿਰ ਉਹ ਪ੍ਰੋਫੈਸ਼ਨਲਸ ਹਾਇਰ ਕਰਦਾ ਜਿਹਨੂੰ ਕਾਸਟ ਕੰਸਲਟੈਂਟਸ ਕਹਿੰਦੇ ਨੇ। ਉਹ ਇਹਨੂੰ ਐਡਵਾਈਜ਼ ਕਰਦੇ ਨੇ ਵੀ ਆਹ ਮਿਨੀਮਮ ਪ੍ਰਾਈਸ ਤੋਂ ਥੱਲੇ ਜੇ ਤੂੰ ਜਾਏਗਾ, ਉਸ ਵੇਲੇ ਜੇ ਕਾਸਟ ਵੱਧ ਗਈ ਜਾਂ ਮਤਲਬ ਡਿਵੈਲਪਮੈਂਟ ਚਾਰਜਿਸ ਵੱਧ ਗਏ, ਉਹਦੀ ਪ੍ਰੋਵੀਜ਼ਨ ਕੀਤੀ ਹੁੰਦੀ ਆ। ਉਹਨੂੰ ਕਹਿੰਦੇ ਵੀ ਚਾਰਜਿਸ ਆ ਜਿਹੜੇ ਡਿਵੈਲਪਮੈਂਟ ਚਾਰਜਿਸ ਇੰਨੇ ਕਸਟਮਰ ਪੇ ਕਰੂਗਾ, ਇੰਨੇ ਮੈਂ ਕਰੂੰਗਾ। ਜੇ ਕਾਸਟ ਵੱਧ ਗਈ ਆ ਤਾਂ ਉਹ ਫਿਰ ਕਿੱਥੇ ਜਾਊਗੀ? ਉਹਦੇ 'ਚ ਇਹੀ ਹੁੰਦਾ ਵੀ ਜੇ ਕਾਸਟ ਵੱਧ ਗਈ ਆ ਤੇ ਫਿਰ ਜਾਂ ਤਾਂ ਉਹ ਕਸਟਮਰ ਤੱਕ ਉਹ ਟਰਾਂਸਫਰ ਕੀਤੀ ਜਾਊਗੀ ਤੇ ਨਹੀਂ ਬਿਲਡਰ ਪ੍ਰੋਜੈਕਟ ਨਹੀਂ ਬਣਾਊਗਾ। ਜੇ ਨਹੀਂ ਬਣਾਊਗਾ ਤਾਂ ਉਹ ਟੈਰੀਅਨ ਦੀ ਵਾਰੰਟੀ ਹੁੰਦੀ, ਤੁਹਾਡਾ ਡਿਪੋਜ਼ਿਟ ਵਾਪਸ ਹੋ ਜਾਊਗਾ। ਮਤਲਬ ਇਸ ਤਰ੍ਹਾਂ ਦਾ ਰੌਲਾ ਰੱਪਾ ਚੱਲਦਾ। ਆਪਾਂ HST ਦੀ ਗੱਲ ਕਰ ਰਹੇ ਸੀ। ਇਸ਼ਟ ਮਹਿਤਾ ਹੋਰਾਂ ਦਾ ਸਵਾਲ ਹੈ ਕਿ ਮੈਂ ਜੇ ਅੱਜ ਆਪਣਾ ਘਰ ਵੇਚਾਂ ਤਾਂ ਮੈਨੂੰ HST ਪੇ ਕਰਨੀ ਪਊ? ਨਹੀਂ, ਉਹ ਡਿਪੈਂਡ ਕਰਦਾ ਜੀ। ਜੇ ਤਾਂ ਪ੍ਰਾਇਮਰੀ ਰੈਜ਼ੀਡੈਂਸ ਤੁਸੀਂ ਵੇਚ ਰਹੇ ਹੋ, ਪੁਰਾਣਾ ਘਰ ਆ ਰੀਸੇਲ, ਉਹ HST ਵਗੈਰਾ ਨਹੀਂ ਉਹਦੇ 'ਚ ਪੇ ਪੂ ਕਰਨੀ ਪੈਂਦੀ ਗੀ। ਹਾਂ, ਜੇ ਨਵਾਂ ਘਰ ਤੁਸੀਂ ਲਿਆ ਹੈ, ਨਵਾਂ ਘਰ ਲਿਆ ਹੈ ਅਤੇ ਤੁਸੀਂ ਉਹ ਡਿਕਲੇਅਰ ਕੀਤਾ ਵੀ ਮੈਂ ਪ੍ਰਾਇਮਰੀ ਰੈਜ਼ੀਡੈਂਸ ਹੈਗਾ ਮੇਰਾ ਇਹ, ਫਿਰ ਤੁਸੀਂ 1 ਸਾਲ ਦੇ ਵਿੱਚ ਵੇਚ ਦਿੰਦੇ ਹੋ। ਜੇ ਪਹਿਲੀ ਗੱਲ ਤਾਂ ਉਹਦੇ 'ਚ ਪੁਰਾਣੇ ਸਿਸਟਮ ਮੁਤਾਬਕ ਦਾ ਜਿਹੜਾ 24,000 ਤੁਸੀਂ ਡਿਬੇਟ ਲਿਆ ਸੀ ਉਹ ਤੁਹਾਨੂੰ ਦੇਣਾ ਪੈ ਸਕਦਾ, CRA ਨੇ ਆਪੇ ਹੀ ਲੈ ਲੈਣਾ। ਜੇ ਤੁਸੀਂ ਉਹ ਰੈਂਟ ਕਰਤਾ, ਸਪੋਜ਼ ਗਵਰਨਮੈਂਟ ਨੂੰ ਕਿਹਾ ਵੀ ਮੇਰਾ ਪ੍ਰਾਇਮਰੀ ਰੈਜ਼ੀਡੈਂਸ ਆ ਅਤੇ ਉੱਧਰੋਂ ਕਰਤਾ ਰੈਂਟ, ਉਹ ਰੈਂਡਮਲੀ ਚੈੱਕ ਕਰਦੇ ਰਹਿੰਦੇ ਨੇ ਕਿਉਂਕਿ ਤੁਹਾਡੇ ਟੈਨੈਂਟ ਰਹਿੰਦੇ ਨੇ, ਤੁਹਾਡੇ ਟੈਨੈਂਟਸ ਨੇ ਐਡਰੈਸ ਦਿੱਤਾ ਹੋਇਆ, ਉਹ ਪੇਪਰਾਂ ਨੂੰ ਮੈਚ ਕਰਕੇ ਦੇਖ ਲੈਂਦੇ ਨੇ। ਉਹ ਤੁਹਾਨੂੰ ਪੁੱਛਦੇ ਨੇ ਵੀ ਤੁਸੀਂ ਤਾਂ ਕਿਹਾ ਸੀ ਮੈਂ ਆਪ ਰਹਿਣਾ, ਮੇਰਾ ਪ੍ਰਾਇਮਰੀ ਰੈਜ਼ੀਡੈਂਸ ਆ, ਰਹੀ ਜਾਂਦਾ ਤੁਹਾਡਾ ਟੈਨੈਂਟ, ਉਹ ਫਿਰ ਤੁਹਾਡਾ 24,000 ਤੁਹਾਥੋਂ ਲੈ ਲੈਂਦੇ ਨੇ, ਉਹ ਲੈਂਦੇ ਨੇ। ਜੇ ਤੁਸੀਂ ਉਹ ਰੈਂਟ ਕੀਤਾ ਫਿਰ ਉਹ ਕਹਿੰਦੇ ਘੱਟੋ ਘੱਟ 1 ਸਾਲ ਲਈ ਕਰੋ, ਫਿਰ ਉਹ 24,000 ਤੁਹਾਨੂੰ ਵਾਪਸ ਕਰਦੇ ਨੇ। ਇੱਕ ਅਗਲਾ ਸਵਾਲ ਹੈ ਰਜਿੰਦਰ ਸਰਾਂ ਉਹਨਾਂ ਦਾ ਵੀ ਜਿਹੜਾ ਡਿਵੈਲਪਮੈਂਟ ਚਾਰਜਿਸ ਨੇ, ਹੋਰ ਨੇ, ਸਰਕਾਰ ਕੋਲ ਗਏ ਤਰ੍ਹਾਂ ਤਰ੍ਹਾਂ ਦੇ ਖਰਚੇ, ਹਾਂਜੀ, ਜਦੋਂ ਟੈਕਸ ਦਿੱਤਾ ਜਾਂਦਾ ਉਹ ਇਹਨਾਂ ਦੇ ਵੀ ਦਿੱਤਾ ਜਾਂਦਾ? ਟੈਕਸ ਤਾਂ ਪਤਾ ਕੀ ਹੁੰਦਾ, ਫॉर ਟੈਕਸ ਪਰਪਜ਼ ਨਾ। ਹੁਣ ਜੇ ਕਿਸੇ ਨੇ $1 ਮਿਲੀਅਨ ਦਾ ਘਰ ਲਿਆ, ਉਹ ਗਵਰਨਮੈਂਟ ਦੇ ਕਾਗਜ਼ਾਂ ਦੇ ਵਿੱਚ ਫॉर ਟੈਕਸ ਪਰਪਜ਼ ਉਹ $1 ਮਿਲੀਅਨ ਦਾ ਨਹੀਂ ਹੈਗਾ, ਉਹ 5-6 ਲੱਖ ਦਾ, ਉਹਦੇ ਹਿਸਾਬ ਨਾਲ ਲਿਆ ਜਾਂਦਾ। ਉਹ ਆਮ ਕਰਕੇ ਨੋਰਮਲੀ ਕਹਿੰਦਾ ਵੀ 1% ਟੈਕਸ ਆ ਜਿਹੜਾ ਉਹ ਹੁੰਦਾ, ਪਰ ਉਹ ਫॉर ਟੈਕਸ ਪਰਪਜ਼ ਤੁਸੀਂ ਨਾ ਅਸੈਸਡ ਵੈਲਿਊ ਦੇਖਿਓ ਜਾਂ ਕਿਸੇ ਰੀਅਲਟਰ ਤੋਂ ਪੁੱਛ ਲਿਓ, ਉਹਨਾਂ ਦੇ ਰਿਕਾਰਡ ਦੇ ਵਿੱਚ ਹੁੰਦੀ ਹੈ ਅਸੈਸਡ ਵੈਲਿਊ। ਉਹ ਤੁਹਾਨੂੰ ਸਿਟੀ ਵਾਲੇ ਫੋਨ ਕਰਕੇ ਦੱਸ ਦੇਣਗੇ ਤੁਹਾਡੀ ਅਸੀਂ ਪ੍ਰਾਈਸ ਇੰਨੀ ਕੰਸੀਡਰ ਕੀਤੀ ਹੈ। ਕਈ ਵਾਰੀ 2-2 ਮਿਲੀਅਨ ਦੇ ਘਰ ਦੀ ਪ੍ਰਾਈਸ ਆ ਜਿਹੜੀ 11-11 ਲੱਖ ਗਵਰਨਮੈਂਟ ਦੇ ਪੇਪਰਾਂ ਹੁੰਦੇ, ਉਹ ਜਾਣ ਕੇ ਫॉर ਟੈਕਸ ਪਰਪਜ਼ ਕੰਸੀਡਰ ਕਰਦੇ ਨੇ, ਉਹਦੇ ਤੇ ਫਿਰ ਹਰ ਸਾਲ ਟੈਕਸ ਲੈਂਦੇ ਨੇ। ਆਪਾਂ ਤਾਂ ਟੈਕਸ ਦੇ ਰਹੇ ਹਾਂ ਜੀ, ਗੱਲ ਤਾਂ ਇਹ ਆ। ਤੇ ਵੈਸੇ ਸਾਰੀ ਗੱਲਬਾਤ ਤੋਂ ਕੁਝ ਦੋਸਤ ਮਾਯੂਸ ਵੀ ਹੋ ਰਹੇ ਨੇ। ਸੱਚਾਈ ਤਾਂ ਸੱਚਾਈ ਆ ਜੀ ਕਿ ਵੀ ਜੇ ਇਹ ਇੰਨੇ ਖਰਚੇ ਹੀ ਨੇ ਤੇ ਫਿਰ ਮਤਲਬ ਇਹ ਕਿੰਨੀ ਕੁ ਮਤਲਬ ਘਟ ਸਕਦੇ? ਜੇ ਹੁਣ ਸਵਾਲ ਹੈ ਕਿ ਜੇ ਹੁਣ ਘਟਾਉਣੀ ਹੋਵੇ ਪ੍ਰਾਈਸ, ਹਾਂਜੀ, ਦੇਖੋ ਇੱਕ ਚੀਜ਼ ਹੈ, ਹੁਣ ਮੈਂ ਜਿਹੜੇ ਇਹਦੇ 'ਚ ਮੈਨੂੰ ਜਿਹੜੀ ਅਗਲਾ ਘੁੰਡੀ ਆ, ਹਾਂਜੀ, ਜਿਹੜੀ ਇਹ ਪ੍ਰਾਈਸ ਕੱਢ ਰਹੇ ਹੋ ਤੁਸੀਂ, ਹਾਂਜੀ, ਤਾਂ ਇਹ ਠੀਕ ਹੈ ਕਿ ਬਿਗ ਸਿਟੀ ਦੇ ਵਿੱਚ ਸਾਰੀ ਦੁਨੀਆ 'ਚ ਇਹੀ ਹਾਲ ਹੈ, ਇਸੇ ਕਰਕੇ ਲੋਕ ਫਿਰ ਛੋਟੇ ਸ਼ਹਿਰਾਂ ਵੱਲ ਜਾਣਾ ਸ਼ੁਰੂ ਕਰ ਦਿੰਦੇ। ਹਾਂਜੀ ਹਾਂਜੀ, ਇਹ ਤਾਂ ਮਤਲਬ ਇਹ ਯੂਨੀਵਰਸਲ ਸੱਚਾਈ ਹੈ। ਦੂਜਾ ਇਹ ਹੈ ਕਿ ਵੀ ਇਸ ਕੰਟਰੀ 'ਚ ਜਿਹੜੀ ਘਰਾਂ ਦੀ ਹੁਣ ਐਵਰੇਜ ਪ੍ਰਾਈਸ ਹੈ, ਜਿਹੜੀ ਜਿਸ ਹਿਸਾਬ ਨਾਲ ਇਹ ਖੜੀ ਹੈ, ਉਹਦਾ ਅਤੇ ਇੱਕ ਆਮ ਕਨੇਡੀਅਨ ਦੀ ਐਵਰੇਜ ਇਨਕਮ ਦਾ ਉਹ ਗੈਪ ਬਹੁਤ ਵੱਧ ਗਿਆ। ਬਿਲਕੁਲ। ਸੋ ਇਹਦੇ 'ਚ ਇਹ ਸਸਟੇਨੇਬਲ ਨਹੀਂ ਲੱਗਦਾ। ਬਿਲਕੁਲ। ਮਤਲਬ ਇਹ ਮਾਰਕੀਟ ਇਸ ਰੇਟ 'ਤੇ ਸਸਟੇਨ ਨਹੀਂ ਕਰ ਸਕਦੀ। ਇਹ ਫਿਰ ਕਿਵੇਂ ਚੱਲਦੀ? ਫੋਰਨ ਮਨੀ ਨਾਲ ਚੱਲੇਗੀ? ਇਹ ਬੜਾ ਜੀ ਇੰਪੋਰਟੈਂਟ ਕੁਐਸਚਨ ਹੈ। ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਸ਼ਬੀਲ ਜੀ, ਉਹ ਗੱਲ ਦੇ ਨਾਲ ਕਈ ਪੱਖ ਹੁੰਦੇ ਨੇ, ਕਈ ਡਾਇਮੈਂਸ਼ਨਸ ਹੁੰਦੀਆਂ। ਕੁਛ ਮਤਲਬ ਰੀਅਲਿਸਟਿਕ ਹੋਣਾ ਪੈਂਦਾ। ਜਦੋਂ ਰੀਅਲਿਸਟਿਕ ਹੋ ਕੇ ਦੇਖਦੇ ਹਾਂ ਅਤੇ ਇਹ ਹੈਗੀ ਵੀ ਘਰ ਦੀ ਪ੍ਰਾਈਸ ਨਾ, ਪਤਾ ਕੀ ਆ, ਇਹ ਮੈਂ ਕਾਫੀ ਤੁਹਾਡੇ ਨਾਲ ਵੀ ਪਹਿਲਾਂ ਗੱਲਾਂ ਕੀਤੀਆਂ, ਇੱਕ ਹਾਰਡ ਫੈਕਟ ਹੁੰਦਾ, ਉਹ ਤੋਂ ਤੁਸੀਂ ਟਾਲਾ ਨਹੀਂ ਵੱਟ ਸਕਦੇ। ਇਸ ਕਰਕੇ ਮੈਂ ਕਹਿੰਦਾ ਵੀ ਘਰਾਂ ਦੀਆਂ ਕੀਮਤਾਂ ਇੱਕ ਮਿਨੀਮਮ ਲੈਵਲ ਤੋਂ ਥੱਲੇ ਨਹੀਂ ਜਾ ਸਕਦੀ। ਮੈਂ ਥੋੜ੍ਹਾ ਜਿਹਾ ਟਾਈਮ ਲਊਂਗਾ, ਮਾਫੀ ਚਾਹੁੰਦਾ ਮੈਂ। ਉਹ ਇਹ ਹੈ ਵੀ ਜਦੋਂ ਨਾ ਆਪਣੇ ਲੋਕ ਦੇਖਦੇ ਨੇ, ਉਹ ਫੈਕਟ ਨੂੰ ਨਾ, ਜਿਹੜਾ ਫੈਕਟ ਆ ਉਹਨੂੰ ਘੁਮਾ ਕੇ ਆਪਣੇ ਹਿਸਾਬ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਨੇ। ਆਹ ਇੱਕ ਫੈਕਟ ਸੀ ਵੀ ਘਰਾਂ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਗਈਆਂ ਸੀ ਪਿਛਲੇ ਸਾਲ। ਉਹਦੇ 'ਚ ਬਹੁਤ ਸਾਰੇ ਰੀਜ਼ਨ ਸੀ ਵੀ ਇੰਟਰਸਟ ਰੇਟ ਘਟਿਆ, ਆਹ ਹੋਇਆ, ਪ੍ਰਚਾਰ ਦਾ ਸਾਧਨ ਜਾਂ ਡਿਮਾਂਡ ਐਂਡ ਸਪਲਾਈ, ਇਹ ਸਾਰਾ ਕੁਛ ਸੀਗਾ। ਉਹਦੇ 'ਚ ਹੁਣ ਜਦੋਂ ਸਾਡੇ ਦੋਸਤ ਖਬਰ ਪੜ੍ਹਦੇ ਨੇ ਵੀ ਪ੍ਰਾਈਸਿਸ 30% ਘੱਟ ਗਈਆਂ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੈਸੇ, ਉਹ ਇਹ ਸੋਚਦੇ ਨੇ ਬਈ ਜੇ ਹੁਣ ਘਰ ਕੋਈ 1 ਮਿਲੀਅਨ ਦਾ ਲੱਗਿਆ ਅਤੇ ਇਹ 7 ਲੱਖ ਦਾ ਰਹਿ ਜੂਗਾ। ਉਹ ਖਬਰ ਉਹਨਾਂ ਦੇ ਮਨ 'ਚ ਆ ਵੀ 30% ਘੱਟ ਗਈਆਂ। ਉਹ ਹੁਣ ਵੀ ਸੋਚ ਰਹੇ ਨੇ ਵੀ ਜਿਹੜਾ ਮਿਲੀਅਨ ਦਾ ਹੈਗਾ ਇਹ 7 ਲੱਖ ਦਾ ਰਹਿ ਜੂ। ਨਹੀਂ, ਉਹ ਮਿਲੀਅਨ ਦਾ ਜਿਹੜਾ ਆਇਆ ਨਾ, ਉਹ ਪਿਛਲੇ ਸਾਲ ਜੇ ਉਹ 13 ਲੱਖ ਦਾ ਸੀ, ਉਹ ਮਿਲੀਅਨ ਦਾ ਆ ਗਿਆ। ਹੁਣ ਜੇ ਉਹ ਇਹ ਸੋਚ ਕੇ ਵੇਟ ਕਰਕੇ ਦੇਖੀ ਜਾਣ ਵੀ ਇਹ 7 ਲੱਖ ਦਾ ਹੋ ਜੂ, ਉਹ ਹੋਣਾ ਨਹੀਂ। ਆਹ ਫੈਕਟ ਐਂਡ ਫਿਗਰਸ ਆਪਾਂ ਇਹ ਦਿੱਤੀਆਂ ਨੇ ਵੀ ਨਵੇਂ ਘਰਾਂ ਦੀ ਪ੍ਰਾਈਸ ਇੱਦੋਂ ਥੱਲੇ ਨਹੀਂ ਜਾ ਸਕਦੀਆਂ ਬਰੈਂਪਟਨ ਦੇ ਵਿੱਚ, ਹੈ ਨਾ।
ਇਹ ਇੱਥੇ ਉਹ ਲਾਸ ਦੇ ਵਿੱਚ ਰਹਿੰਦੇ ਨੇ। ਹੁਣ ਆ ਗਈ ਅਗਲੀ ਗੱਲ ਸਸਟੇਨੇਬਲ। ਬਿਲਕੁਲ ਜੀ, ਸਾਡੀਆਂ ਜਿਹੜੀਆਂ ਆਪਣੀ ਜਿਹੜੀ ਇਨਕਮ ਆ ਆਮ ਬੰਦੇ ਦੀ, ਉਹ ਆਮ ਬੰਦਾ ਸਾਰੀ ਉਮਰ ਕੰਮ ਕਰਦਾ ਰਹੇ, ਉਹ ਇਸ ਪ੍ਰਾਈਸ 'ਤੇ ਘਰ ਨਹੀਂ ਲੈ ਸਕਦਾ। ਉਹ ਜੇ ਪਹਿਲਾਂ ਛੋਟਾ ਘਰ ਲਊਗਾ, ਉਹਦੇ 'ਚ ਐਕੁਇਟੀ ਬਣੂਗੀ, ਉਦੋਂ ਨੂੰ ਨਵਾਂ ਘਰ ਵੀ ਵੱਧ ਜਾਂਦਾ। ਇਹ ਸਿਸਟਮ ਇਸ ਤਰ੍ਹਾਂ ਚੱਲ ਰਿਹਾ ਵੀ ਆਮ ਬੰਦਾ ਜਿਹੜਾ ਉਹਦੇ ਲਈ ਘਰ ਲੈਣਾ ਮੁਸ਼ਕਿਲ ਹੋ ਰਿਹਾ। ਇਹ ਇਹਨਾਂ ਨੂੰ ਪਤਾ ਸਾਰਾ ਕੁਛ। ਇਸ ਕਰਕੇ ਇਹ ਵੱਡੇ ਘਰਾਂ ਤੋਂ ਛੋਟੇ ਘਰ, ਛੋਟੇ ਘਰਾਂ ਤੋਂ ਟਾਊਨ ਹਾਊਸਿਸ ਤੋਂ ਕੰਡੋਜ਼। ਇਹਨਾਂ ਨੂੰ ਹੁਣ ਪਤਾ ਹੈ ਵੀ ਲੋਕਾਂ ਨੇ ਇਹਨਾਂ ਸ਼ਹਿਰਾਂ ਦੇ ਵਿੱਚ ਘਰ ਨਹੀਂ ਅਫੋਰਡ ਕਰ ਸਕਣੇ, ਇਸ ਕਰਕੇ ਹਾਈ ਡੈਂਸਿਟੀ ਕੰਡੋਜ਼ ਬਣਾਏ ਜਾਂਦੇ। ਅਤੇ ਕੰਡੋ ਦੀ ਪ੍ਰਾਈਸ 8-8 ਲੱਖ ਹੈਗੀ ਆ। 700 ਸਕੁਅਰ ਫੁੱਟ ਦੀ ਜਿਹੜੀ ਕੰਡੋ ਹੈਗੀ ਆ, 8-8 ਲੱਖ, ਪਾਰਕਿੰਗ 50-50 60-60 ਹਜ਼ਾਰ ਦੀ। ਇਹਨਾਂ ਨੂੰ ਪਤਾ ਸੱਚਾਈ। ਇਹ ਤਾਂ ਫਿਰ ਹੁਣ ਇਹ ਪ੍ਰੋਬਲਮ ਸਿਸਟਮ ਦੀ ਆ ਗਈ ਨਾ। ਸਿਸਟਮ ਉਵੇਂ ਹੀ ਚੱਲਦਾ ਜਿੰਨੀ ਦੇਰ ਤਾਈਂ ਲੋਕ ਜਾਗਦੇ ਨਹੀਂ। ਇਹ ਸੱਚਾਈ ਹੈ ਜੀ। ਜਦੋਂ ਲੋਕ ਜਾਗਣਗੇ ਉਦੋਂ ਸਮੱਸਿਆਵਾਂ ਦਾ ਪਤਾ ਲੱਗੂ ਨਾ। ਫਿਰ ਡਿਵੈਲਪਮੈਂਟ ਨੇੜ ਦੇ ਸ਼ਹਿਰਾਂ 'ਚ ਹੋਊ, ਜਗ੍ਹਾ ਖਾਲੀ ਪਈ ਹੈ। ਵੈਸੇ ਇਹ ਆ ਵੀ ਛੋਟੇ ਸ਼ਹਿਰਾਂ ਵੱਲ ਜਿਵੇਂ ਆਪਾਂ ਮੂਵ ਕਰਦੇ ਹਾਂ, ਜੇ ਇੰਡਸਟਰੀ ਉੱਥੇ ਮੂਵ ਕਰੇ ਤਾਂ ਬੰਦੇ ਦੀ ਲਾਈਫ ਥੋੜ੍ਹੀ ਜਿਹੀ ਸੌਖੀ ਹੋ ਸਕਦੀ ਆ। ਮਤਲਬ ਜੇ ਬੰਦਾ ਹੁਣ 10 ਘੰਟੇ ਕੰਮ ਕਰਦਾ, ਉਹਨੂੰ 7 ਘੰਟੇ ਕੰਮ ਕਰਕੇ ਸਰ ਸਕਦਾ, ਉਹਦੀਆਂ ਵੇਜਸ ਵਧਣ। ਪਰ ਪ੍ਰੋਬਲਮ ਇਹ ਹੈ ਵੀ ਜਿਵੇਂ ਵੇਜਸ ਵੱਧਦੀਆਂ ਉਸ ਤੋਂ ਕਈ ਗੁਣਾ ਵੱਧ ਤਾਂ ਮਹਿੰਗਾਈ ਵੱਧ ਜਾਂਦੀ ਹੈ। ਮੇਰੇ ਇੱਕ ਤਰੀਕੇ ਨਾਲ ਇਹਨੂੰ ਹੀ ਕਹਿੰਦੇ ਆਪਾਂ ਬਈ ਆਪਾਂ ਇਸ ਆਸ ਦੇ ਵਿੱਚ ਵੀ ਘਰ ਖਰੀਦਾਂਗੇ, ਵੱਧ ਮਿਹਨਤ ਕਰਦੇ ਹਾਂ, ਡਬਲ ਜੋਬਸ ਕਰਦੇ ਹਾਂ, ਪਰ ਉਹ ਪ੍ਰਾਈਸ ਹੋਰ ਵੱਧ ਜਾਂਦੀ ਹੈ। ਇਹ ਦੌੜ ਆ ਜੀ। ਇਹ ਦੌੜ ਦੇ ਵਿੱਚ ਆਪਾਂ ਤਾਂ ਸਿਰਫ ਇਹੀ ਫੈਕਟ ਕੰਸੀਡਰ ਕਰ ਰਹੇ ਸੀਗੇ ਵੀ ਘਰ ਆ ਜਿਹੜੇ ਉਹ ਇੱਕ ਮਿਨੀਮਮ ਲੈਵਲ ਤੋਂ ਥੱਲੇ ਨਹੀਂ ਜਾ ਸਕੇ, ਅਤੇ ਜਿਨ੍ਹਾਂ ਨੇ ਜਦੋਂ ਗਏ ਆ, ਜਿਨ੍ਹਾਂ ਨੇ ਲੈਣੇ ਸੀ ਉਹਨਾਂ ਨੇ ਫਾਇਦਾ ਉਠਾ ਲਿਆ। ਇੱਕ ਇਹਨੂੰ ਬੈਲੈਂਸ ਕਰਦੀ ਹੈ ਚੀਜ਼ ਜੀ। ਇਹ ਸੱਚਾਈ ਸਮਝਣ ਦੀ ਲੋੜ ਆ ਵੀ ਜਦੋਂ ਘਰ ਇਹ ਥੋੜ੍ਹੇ ਬਹੁਤ ਸਸਤੇ ਹੋ ਗਏ, ਨਵੇਂ ਘਰ ਨਹੀਂ ਬਣਨੇ। ਕਿਉਂ ਬਣਨਗੇ ਨਵੇਂ ਘਰ? ਕੋਈ ਬਿਲਡਰ ਆ ਜਿਹੜਾ ਕਿਉਂ ਬਣਾਊਗਾ? ਉਹ ਵੀ ਆਪਾਂ ਤਨਖਾਹ ਲੈਣ ਲਈ ਬੈਠੇ ਹਾਂ, ਉਹ ਪ੍ਰੋਫਿਟ ਕਮਾਉਣ ਲਈ ਬੈਠਾ। ਗਵਰਨਮੈਂਟ ਦੇ ਖਰਚੇ ਚੱਲਣੇ ਚਾਹੀਦੇ ਨੇ। ਸੋ ਕਿਤੇ ਨਾ ਕਿਤੇ ਗੱਲ ਮੈਨੂੰ ਇਹ ਲੱਗਦਾ ਵੀ ਇਹਦੇ 'ਚ ਕੁਛ ਗਵਰਨਮੈਂਟ ਜਿਹੜੀ ਰੈਗੂਲੇਸ਼ਨ, ਵੱਡਾ ਰੋਲ ਗਵਰਨਮੈਂਟ ਜਿਹੜੀਆਂ ਰੈਗੂਲੇਸ਼ਨ ਨੇ ਉਹ ਰੋਲ ਪਲੇ ਕਰ ਸਕਦੀਆਂ। ਜੇ ਘਰਾਂ ਦੀ ਪ੍ਰਾਈਸਿਸ ਨੂੰ ਜੇ ਨਿਰਾਪੁਰਾ ਤੁਸੀਂ ਮਾਰਕੀਟ ਫੋਰਸਿਸ 'ਤੇ ਛੱਡੋਗੇ, ਹਾਂਜੀ, ਫੇਰ ਤੇ ਐਂ ਚੱਲੂਗਾ। ਦੇਖੋ ਜੀ, ਦੇਖੋ ਬਹੁਤ ਨਾ ਇਹ ਸਖਤ ਕਦਮ ਆ। ਗਵਰਨਮੈਂਟ ਡਿਕਲੇਅਰ ਕਰਦੇ ਵੀ ਜਿਹੜਾ ਰੈਜ਼ੀਡੈਂਸ਼ੀਅਲ ਸੈਕਟਰ ਆ, ਇਟ ਸ਼ੁੱਡ ਬੀ ਨਾਨ ਪ੍ਰੋਫਿਟ ਓਰੀਐਂਟਡ। ਜ਼ਰੂਰੀ ਹੈ ਵੀ ਬਿਲਡਰਸ ਨੇ ਬਣਾਉਣਾ। ਬਹੁਤ ਸਾਰੇ ਦੇਸ਼ ਨੇ ਬਿਲਡਰਸ ਨਾ ਬਣਾਉਣ, ਗਵਰਨਮੈਂਟ ਬਣਾਵੇ। ਇਹ ਮੈਂ ਤਾਂ ਵੈਸੇ ਮੈਂ ਕੋਈ ਮਤਲਬ ਮਾਹਰ ਨਹੀਂ ਹੈਗਾ, ਪਰ ਮੈਂ ਇੱਕ ਫੈਕਟ ਰੱਖਿਆ। ਕਈ ਸਿਸਟਮ ਦੇ ਵਿੱਚ ਗਵਰਨਮੈਂਟ ਘਰ ਬਣਾਉਂਦੀ ਹੈ, ਅਫੋਰਡੇਬਲ ਹਾਊਸਿੰਗ ਬਣਾਉਂਦੀ ਹੈ, ਗਵਰਨਮੈਂਟ ਜ਼ਿਆਦਾ ਰਿਆਇਤਾਂ ਦਿੰਦੀ ਹੈ। ਉਹ ਡਿਵੈਲਪਮੈਂਟ ਚਾਰਜਸ, ਜਿਵੇਂ ਮੈਂ ਕਿਹਾ, ਕਈ ਥਾਵਾਂ 'ਤੇ ਜ਼ੀਰੋ ਨੇ, ਉਹ ਬਿਲਕੁਲ ਹੀ ਮਾਫ ਕਰ ਦਿੰਦੀ ਹੈ। ਸਿੰਪਲੀ ਇਨਵੈਸਟਮੈਂਟ ਨੂੰ ਰੋਕ ਦੇਵੇ। ਹਾਂਜੀ, ਇਨਵੈਸਟਮੈਂਟ ਨੂੰ, ਜੇ ਉਹ ਘਰਾਂ ਨੂੰ, ਰੈਜ਼ੀਡੈਂਸ਼ੀਅਲ ਘਰਾਂ ਨੂੰ ਇਨਵੈਸਟਮੈਂਟ ਪਰਪਸ ਵਾਸਤੇ ਜਿਹੜਾ ਯੂਜ਼ ਕੀਤਾ ਜਾਂਦਾ, ਜੇ ਉਸ ਨੂੰ ਥੋੜਾ ਰਿਸਟ੍ਰਿਕਟ ਕਰ ਦਿੱਤਾ ਜਾਏ ਤਾਂ ਉਹਦੇ ਨਾਲ ਵੀ ਜਿਹੜੀ ਇਹ ਦੌੜ ਲੱਗਦੀ ਹੈ ਲਾਈਨਾਂ ਲਾ ਕੇ ਬੁੱਕ ਕਰਨ ਵਾਲੀ, ਸ਼ਾਇਦ ਇਹਨੂੰ ਰੋਕਿਆ ਜਾ ਸਕਦਾ। ਸ਼ਮੀਲ ਜੀ ਦੇਖੋ, ਕੁਛ ਇਮੀਗ੍ਰੇਸ਼ਨ ਨੂੰ ਵੀ ਕੰਟਰੋਲ ਕਰੇ ਸਰਕਾਰ। ਹਾਂਜੀ, ਦੇਖੋ ਸ਼ਮੀਲ ਜੀ, ਇਸ ਤਰ੍ਹਾਂ ਸਿਆਣੇ ਲੋਕ, ਜਿਹੜੇ ਮਾਹਰ ਲੋਕ ਨੇ, ਉਹ ਕਹਿੰਦੇ ਨੇ ਜੀ ਜਿਹੜੇ ਸਮਾਜ ਦੇ ਵਿੱਚ ਐਜੂਕੇਸ਼ਨ ਅਤੇ ਹੈਲਥ ਆ, ਜਿਹੜੀ ਗਵਰਨਮੈਂਟ ਉਹਦੇ ਵੱਲ ਧਿਆਨ ਕਰਦੀ ਆ, ਉਹ ਫ੍ਰੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਦੇਸ਼ਾਂ 'ਚ ਹੈਗੀ ਆ। ਉਹ ਦੇਸ਼ ਤਰੱਕੀ ਕਰਦੇ ਨੇ, ਤੇਜ਼ੀ ਨਾਲ ਤਰੱਕੀ ਕਰਦੇ ਨੇ, ਕੁਆਲਿਟੀ ਆਫ ਲਾਈਫ ਵਧੀਆ, ਹਾਂਜੀ। ਅਤੇ ਇਹ ਕਿਸੇ ਹੱਦ ਤੱਕ ਇੱਥੇ ਸੀਗਾ। ਅਤੇ ਜੇ ਨਾਲ ਇਹਦੇ ਰੈਜ਼ੀਡੈਂਸ਼ੀਅਲ ਸੈਕਟਰ ਵੀ ਇਨਕਲੂਡ ਕਰ ਦੇਣ, ਵੀ ਹਰੇਕ ਬੰਦਾ ਜਿਹੜਾ ਉਹਨੂੰ ਰਹਿਣ ਲਈ ਘਰ ਆ ਜਿਹੜਾ ਉਹ ਸਸਤੇ ਰੇਟ 'ਤੇ ਮਿਲੇ, ਅਤੇ ਕਿਸੇ ਦਾ ਕੀ ਜਾਂਦਾ। ਪਰ ਪ੍ਰੋਬਲਮ ਤਾਂ ਅਗੇਨ ਸਿਸਟਮ ਦੀ ਆ ਗਈ ਨਾ। ਆਪਾਂ ਇਸ ਸਿਸਟਮ 'ਚ ਰਹਿੰਦਿਆਂ ਹੋਇਆਂ ਦੂਜੇ ਸਿਸਟਮ ਦੀਆਂ ਗੱਲਾਂ ਕਰਦੇ ਹਾਂ। ਉਹ ਹੋਣਾ ਚਾਹੀਦਾ, ਉਹ ਲੋਕਾਂ 'ਤੇ ਹੀ ਨਿਰਭਰ ਕਰਦਾ। ਇਸ ਸਿਸਟਮ ਦੇ ਵਿੱਚ ਤਾਂ ਆਹ ਜਿਹੜਾ ਕੁਛ ਚੱਲ ਰਿਹਾ, ਆਪਾਂ ਉਹਦੀ ਰਿਐਲਿਟੀ ਪੇਸ਼ ਕਰ ਰਹੇ ਹਾਂ ਵੀ ਇੱਕ ਮਿਨੀਮਮ ਲੈਵਲ ਤੋਂ ਥੱਲੇ ਘਰ ਨਹੀਂ ਜਾ ਸਕਦਾ। ਆਹ ਸਾਰੇ ਫੈਕਟਰ ਕੰਸੀਡਰ ਕਰਕੇ ਉਹ ਆਪਸ਼ਨਸ ਤਾਂ ਬਹੁਤ ਹੈਗੀਆਂ। ਆਪਸ਼ਨ ਦਾ ਪੂਰਾ ਸਿਸਟਮ ਕਿਵੇਂ ਹੋਵੇ, ਕਿੰਨਾ ਪ੍ਰੋਫਿਟ ਹੋਵੇ, ਤੁਸੀਂ ਮਤਲਬ ਜ਼ਰੂਰ ਬਿਗ ਸਿਟੀ 'ਚ ਰਹਿਣਾ। ਹਾਂਜੀ, ਛੋਟੇ ਸ਼ਹਿਰਾਂ ਵੱਲ ਜਾਓ। ਹਾਂਜੀ, ਛੋਟੇ ਸ਼ਹਿਰਾਂ ਵੱਲ ਜਾਓ। ਛੋਟੇ ਸ਼ਹਿਰਾਂ ਦੇ ਵਿੱਚ ਵੀ ਅਗੇਨ ਬਿਲਡਰ ਹੈਗੇ ਨੇ, ਪਰ ਉਹ ਥੋੜ੍ਹਾ ਜਿਹਾ ਬੰਦਾ ਫਿਰ ਮੈਨੇਜ ਕਰ ਜਾਂਦਾ। ਜਦੋਂ ਆਪਾਂ ਇਹ ਦੇਖਦੇ ਹਾਂ ਵੀ ਇਹ ਸ਼ਹਿਰਾਂ ਦੇ ਵਿੱਚ ਫੈਸਿਲਿਟੀ ਜ਼ਿਆਦਾ ਹੋਣ ਕਰਕੇ ਸਾਨੂੰ ਕੰਮ ਜ਼ਿਆਦਾ ਮਿਲਦਾ, ਥੋੜ੍ਹਾ ਜਿਹਾ ਵੱਧ ਕੰਮ ਕਰ ਸਕਦੇ। ਇਸ ਕਰਕੇ ਸ਼ਹਿਰਾਂ ਵੱਲ ਲੋਕ ਮੂਵ ਕਰਦੇ ਨੇ ਜੀ। ਜਿੰਨੀ ਦੇਰ ਤਾਈਂ ਗਵਰਨਮੈਂਟ ਦੀ ਪਾਲਿਸੀ ਨਹੀਂ ਹੈ ਕਿ ਇੰਡਸਟਰੀਅਲਾਈਜੇਸ਼ਨ ਆ ਜਿਹੜੀ ਛੋਟੇ ਸ਼ਹਿਰਾਂ ਦੇ ਵਿੱਚ ਹੋਵੇ। ਹੁਣ ਬੰਦਾ ਘਰ ਤਾਂ ਲੈ ਲੇ ਜੀ ਇੱਥੋਂ 100 ਕਿਲੋਮੀਟਰ ਦੀ ਦੂਰ, ਉਹਨੂੰ ਸਵੇਰੇ ਵੀ ਆਉਣਾ, ਸ਼ਾਮ ਨੂੰ ਵੀ ਆਉਣਾ, 1.5 ਘੰਟਾ ਲੱਗ ਗਿਆ ਉਹਦੇ ਬੱਚਿਆਂ ਨੇ ਵੀ ਪੜ੍ਹਨਾ। ਉਹ ਅਖੀਰ 'ਤੇ ਉਹ ਕਹਿੰਦਾ ਜੀ, ਈਵਨ ਤੁਸੀਂ ਇਹ ਦੇਖੋ ਜੀ, ਜਿਹੜਾ ਬੰਦਾ ਬਰੈਂਪਟਨ 'ਚ ਰਹਿੰਦਾ, ਉਹ ਕਹਿੰਦਾ ਵੀ ਮੇਰਾ ਬੱਚਾ ਯੂਨੀਵਰਸਿਟੀ ਪੜ੍ਹਦਾ। ਜਦੋਂ ਉਹਨੇ 4 ਸਾਲ ਪੜ੍ਹਨਾ, ਡਿਗਰੀ ਕਰਨੀ, ਉਹਦਾ ਟਾਈਮ ਨਾਲ ਵੇਸਟ ਹੋ, ਮੈਂ ਉੱਥੇ ਉਹਨੂੰ ਘਰ ਜਾਂ ਕੋਂਡੋ ਲੈ ਦਿਆਂ ਜਾਂ ਰੈਂਟ 'ਤੇ ਲੈਂਦਾ। ਲੋਕ ਅਫੋਰਡ ਕਰਦੇ ਨੇ ਨਾ, ਲੋਕ ਤਾਂ ਵਧੀਆ ਫਿਊਚਰ ਚਾਹੁੰਦੇ ਨੇ। ਪਰ ਆਹ ਫੈਕਟਰਸ ਨੇ ਵਿੱਚ ਜਿਹੜੇ ਸੋਚਣੇ ਪੈਂਦੇ ਨੇ ਕਿ ਹਾਂ ਆਹ ਸੱਚਾਈ ਆ। ਆਪਾਂ ਅਗੇਨ ਪ੍ਰਾਈਸ 'ਤੇ ਆਉਣਾ ਵੀ ਇਸ ਪ੍ਰਾਈਸ ਤੋਂ ਥੱਲੇ ਇਹਨਾਂ ਸ਼ਹਿਰਾਂ ਦੇ ਵਿੱਚ। ਅੱਛਾ, ਇਹ ਦੁਨੀਆ ਦੇ ਵਿੱਚ ਵਰਤਾਰਾ ਜੀ। ਤੁਸੀਂ ਸ਼ਮੀਲ ਜੀ, ਜਦੋਂ ਪਟਿਆਲੇ 'ਚ ਤੁਸੀਂ ਪੜ੍ਹਦੇ ਸੀ ਜਾਂ ਕੋਈ ਹੋਰ ਸਾਡੇ ਦੋਸਤ ਜੋਬ ਕਰਦੇ ਸੀ, ਲੁਧਿਆਣੇ ਸੀ, ਆਪਾਂ ਪਿੰਡਾਂ 'ਚ ਰਹਿੰਦੇ ਸੀ। ਪਿੰਡਾਂ ਦੇ ਵਿੱਚੋਂ
ਜਿਹੜੇ ਲੋਕ ਜੌਬ ਕਰਨ ਗਏ ਮਾਸਟਰਨੀ ਜਾਂ ਬਿਜਲੀ ਮੁਲਾਜ਼ਮ ਜਾਂ ਕੋਈ ਹੋਰ, ਉਹਨੂੰ ਸ਼ਹਿਰ ਦੇ ਵਿੱਚ ਘਰ ਲੈਣਾ ਬਹੁਤ ਔਖਾ ਸੀ। ਦੋਨਾਂ ਮੁਲਾਜ਼ਮਾਂ ਦੀ ਤਨਖਾਹ ਜੇ ਉਹ ਸਾਰੀ ਉਮਰ ਕੰਮ ਕਰਦੇ ਰਹਿਣ ਤੇ ਸ਼ਹਿਰ 'ਚ ਘਰ ਹੀ ਬਣਦਾ ਸੀ। ਤੇ ਹੁਣ ਵੀ ਸੱਚਾਈ ਇਹ ਆ, ਤੁਸੀਂ ਲੁਧਿਆਣੇ 'ਚ ਘਰ ਲੈ ਲਓ, ਪਟਿਆਲੇ 'ਚ ਘਰ ਲੈ ਲਓ, ਆਮ ਮੁਲਾਜ਼ਮ ਲੈ ਸਕਦਾ। ਇਵੇਂ ਹੀ ਟੋਰਾਂਟੋ ਸ਼ਹਿਰ ਆ ਜੀ। ਇਹਨੂੰ ਸ਼ਹਿਰ ਟੋਰਾਂਟੋ ਦੇ ਨਾਲ ਨੂੰ ਬਰੈਂਪਟਨ, ਮਿਸੀਸਾਗਾ, ਓਕਵਿਲ ਇਹ ਹਾਲਤ ਆ ਜਿੰਨੀ ਦੇਰ ਤਾਈਂ ਪਿੰਡ ਡਿਵੈਲਪ ਗਵਰਨਮੈਂਟ ਦੀ ਪਾਲਿਸੀ ਨਹੀਂ ਆਉਂਦੀ, ਇੰਡਸਟਰੀਲਾਈਜੇਸ਼ਨ ਈਵਨ ਡਿਸਟ੍ਰੀਬਿਊਸ਼ਨ ਨਹੀਂ ਹੁੰਦੀ ਇੰਡਸਟਰੀਲਾਈਜੇਸ਼ਨ ਦੀ। ਵੈਸੇ ਵੀ ਦੇਖੋ ਹੁਣ ਟੋਰਾਂਟੋ ਜਿਹੜਾ ਹੈ GTA ਤਾਂ ਹੁਣ ਨਿਊਯਾਰਕ ਹੈ, LA ਹੈ, ਜਾਂ ਸ਼ਿਕਾਗੋ ਹੈ, ਜਾਂ ਟੋਕੀਓ ਹੈ, ਆਪਾਂ ਇਹਨੂੰ ਬੰਬੇ ਹੈ। ਹਾਂਜੀ ਹਾਂ, ਉੱਥੇ ਤੇ ਖੈਰ ਇੱਕ ਜਿਹੜੀਆਂ ਰੀਅਲ ਸਟੇਟ ਪ੍ਰਾਈਸਿਸ ਨੇ ਕੁਦਰਤੀ ਹੈ ਕਿ ਉਹ ਜ਼ਿਆਦਾ ਨੇ, ਬਿਲਕੁਲ, ਤੇ ਉੱਦਾਂ ਦੀ ਸਿਚੁਏਸ਼ਨ ਇੱਥੇ ਬਣ ਰਹੀ ਹੈ। ਸੋ ਪਰ ਫਿਰ ਵੀ ਜੇ ਓਵਰਆਲ ਹਾਊਸਿੰਗ, ਕਿਉਂਕਿ ਮੇਨ ਕੰਸਰਨ ਸੀ ਕਿ ਜਿਹੜਾ ਹਾਊਸਿੰਗ ਹੈ ਬੇਸਿਕ ਨੀਡ ਹੈ, ਬਿਲਕੁਲ ਇਹਨੂੰ ਕਿਵੇਂ ਅਫੋਰਡੇਬਲ ਬਣਾਇਆ ਜਾ ਸਕਦਾ, ਉਹਦੇ 'ਚ ਇਹ ਸਾਰੀਆਂ ਚੀਜ਼ਾਂ ਨੇ, ਇਹ ਗਵਰਨਮੈਂਟ ਦੀ ਇੰਟਰਵੈਂਸ਼ਨ ਬਿਨਾਂ ਨਹੀਂ ਹੋ ਸਕਦਾ। ਗਵਰਨਮੈਂਟ ਨੂੰ ਇਹਦੇ 'ਚ ਦਖਲਅੰਦਾਜ਼ੀ ਕਰਨੀ ਚਾਹੀਦੀ। ਸਗੋਂ ਗਵਰਨਮੈਂਟ ਦੇ ਕਈ ਵਾਰੀ ਸ਼ਮੀਲ ਜੀ ਗਲਤ ਸਟੈਪ ਨੇ ਨਾ ਜਿਹੜੇ, ਉਹ ਖਾਮ-ਖਾ ਬਿਲਡਰਸ ਨੂੰ ਵੀ ਵੱਧ ਪ੍ਰੋਫਿਟ ਦੇ ਜਾਂਦੇ ਨੇ, ਤੇ ਬਿਲਡਰ ਲਈ ਨਾ ਉਹ ਇੱਕ ਖਾਲੀ ਥਾਂ ਮੁਹੱਈਆ ਕਰ ਜਾਂਦੇ ਨੇ ਵੀ ਤੁਸੀਂ ਲਈ ਜਾਓ, ਮਤਲਬ ਜਿੰਨਾ ਵੀ ਕਹਿ ਲਓ ਜੀ, ਲੁੱਟ ਸਕਦੇ ਹੋ ਲੁੱਟੀ ਜਾਓ। ਮੈਂ ਇਹ ਕਹੂੰਗਾ, ਕਿਸੇ ਨੂੰ ਬੁਰਾ ਲੱਗ ਸਕਦਾ ਇਹ ਵਰਡ, ਪਰ ਸਵਾਲ ਇੱਥੇ ਇਹ ਹੈ ਹੋਰ ਫੈਕਟਰਸ ਕਿਵੇਂ, ਜਿਵੇਂ ਇੰਟਰਸਟ ਰੇਟ ਆ ਬਈ ਤੁਸੀਂ ਵਾਅਦਾ ਕਰ ਰਹੇ ਹੋ 20 ਦੇ ਵਿੱਚ 2020 'ਚ ਬਈ ਇੰਟਰਸਟ ਰੇਟ ਆ ਜਿਹੜੇ ਇਹ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਇਹ ਘੱਟ ਰਹਿਣਗੇ। ਇਹਦਾ ਮਤਲਬ ਕਿ ਤੁਸੀਂ ਇਸ਼ਾਰਾ ਕਰਤਾ ਨਾ ਵੀ ਲੋਕਾਂ ਨੂੰ ਧੜ ਤੁਸੀਂ ਇਨਵੈਸਟ ਕਰ ਦਿਓ। ਅੱਛਾ, ਫਿਰ ਇੰਟਰਸਟ ਰੇਟ ਵਧੇ ਨੇ। ਅਗੇਨ ਇਹ ਆਰਥਿਕ ਮਾਹਰ ਆ ਜਿਹੜੇ ਉਹਨਾਂ ਦਾ ਕੁਐਸਚਨ, ਉਹਨਾਂ ਦੇ ਇਹ ਆਨਸਰ ਕਰਨ ਵਾਲਾ ਆਨਸਰ ਆ ਬਈ ਇੰਟਰਸਟ ਰੇਟ ਤਾਂ ਤੁਹਾਡੇ ਵੱਧ ਰਹੇ ਨੇ, ਤੁਸੀਂ ਕਹਿ ਰਹੇ ਹੋ ਅਸੀਂ ਇਨਫਲੇਸ਼ਨ ਕੰਟਰੋਲ ਕਰ ਰਹੇ ਹਾਂ। ਇਨਫਲੇਸ਼ਨ ਤਾਂ ਘਰਾਂ ਦੀਆਂ ਗਰੋਸਰੀ ਮਹਿੰਗੀ ਹੋ ਰਹੀ ਆ, ਘਰ ਮਹਿੰਗੇ ਹੋ ਰਹੇ ਨੇ, ਸਾਰਾ ਕੁਝ ਹੋ ਰਿਹਾ, ਕਿਵੇਂ ਕੰਟਰੋਲ ਹੋਈ ਆ? ਫਿਰ ਤੁਸੀਂ ਉਹਦੇ ਇਫੈਕਟ 5 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਜਾ ਕੇ ਦੇਖਦੇ ਹੋ, ਉਨੀ ਦੇਰ ਦੇ ਵਿੱਚ ਇਨਫਲੇਸ਼ਨ ਹੋਰ ਵੱਧ ਜਾਂਦੀ ਹੈ। ਖੈਰ ਜੀ, ਇਹ ਤਾਂ ਲੰਬੀ ਡਿਬੇਟ ਹੈ, ਪਰ ਬਹੁਤ ਸ਼ੁਕਰੀਆ ਤੁਹਾਡਾ। ਕੁਛ ਅਸੀਂ ਇਹ ਨਹੀਂ ਕਹਿੰਦੇ ਕਿ ਇਹਦਾ ਕੋਈ ਫਾਈਨਲ ਆਨਸਰ ਅੱਜ ਦੀ ਡਿਬੇਟ ਨੇ ਦਿੱਤਾ, ਪਰ ਜਸਟ ਇੱਕ ਆਈਡੀਆ ਕਿ ਪਿੱਛੇ ਘਰਾਂ ਦੀ ਕੰਸਟਰਕਸ਼ਨ ਦੀਆਂ ਜਿਹੜੀਆਂ ਹੈ ਅਸਲ ਜਿਹੜੀਆਂ ਕਾਸਟਾਂ ਨੇ ਉਹ ਕੀ ਨੇ, ਅਤੇ ਕਿੰਨਾ ਕੁ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ, ਇਹਦੇ 'ਚ ਗਵਰਨਮੈਂਟ ਦਾ ਰੋਲ ਕੀ ਹੋ ਸਕਦਾ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫਰਦਰ ਡਿਸਕਸ਼ਨ ਵਾਸਤੇ ਅਸੀਂ ਇੱਥੇ ਓਪਨ ਛੱਡ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਸ਼ਮੀਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਸਰੋਤਿਆਂ ਦਾ ਧੰਨਵਾਦ ਜੀ। ਆਪਾਂ ਤਾਂ ਇੱਕ ਪੱਖ ਆ ਜਿਹੜਾ ਉਹ ਪੇਸ਼ ਕੀਤਾ ਜੀ। ਮਿਹਰਬਾਨੀ ਬਹੁਤ ਬਹੁਤ। ਥੈਂਕ ਯੂ।